ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦਾ ਹਾਂ ਸਟੱਡੀ ਹਬ ਵੇ ਟੂ ਸਕਸੈਸ 'ਤੇ। ਹਾਂਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਮਾਨ ਸਾਹਿਬ ਨੇ 25,000 ਨੌਕਰੀਆਂ ਦੀ ਅਨਾਊਂਸਮੈਂਟ ਕੀਤੀ ਆ, ਜਿਨ੍ਹਾਂ ਦੇ ਨੋਟੀਫਿਕੇਸ਼ਨ ਬਹੁਤ ਹੀ ਜਲਦ ਆਉਣ ਵਾਲੇ ਹਨ। ਨਾਲ ਹੀ ਫਾਰਮ ਫਿਲ ਹੋਣੇ ਸਟਾਰਟ ਹੋ ਜਾਣਗੇ। ਤੁਹਾਨੂੰ ਇਹ ਵੀ ਪਤਾ, ਜੋਬ ਲੈਣ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਿਟਨ ਐਗਜ਼ਾਮ ਕੁਆਲੀਫਾਈ ਕਰਨਾ ਹੁੰਦਾ। ਅਤੇ ਕਈ ਬੱਚੇ ਤਾਂ ਕਰਕੇ ਰਹਿ ਜਾਂਦੇ ਨੇ ਕਿਉਂਕਿ ਉਹ ਮੋਟੀਆਂ ਫੀਸਾਂ ਨਹੀਂ ਦੇ ਸਕਦੇ, ਅਤੇ ਕਈ ਕੁੜੀਆਂ ਜਿਵੇਂ ਹੁੰਦੀਆਂ ਨੇ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਆਪਣੀ ਤਿਆਰੀ ਕਰਨ ਲਈ। ਇਹ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਮੌਕਾ ਹੈ ਜੋ ਕਿ ਅਸੀਂ ਲੈ ਕੇ ਆਏ ਹਾਂ। ਤੁਹਾਨੂੰ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੁੰਦੇ ਹਨ ਉਸ ਦੇ ਲਈ ਤਿਆਰੀ ਬਿਲਕੁਲ ਫ੍ਰੀ ਕਰਾਈ ਜਾਵੇਗੀ, ਅਤੇ ਨਾਲ ਹੀ ਬਹੁਤ ਹੀ ਵਧੀਆ ਅਪਰੋਚ ਨਾਲ, ਜਿਸ ਦੇ ਨਾਲ ਤੁਸੀਂ 100% ਸਿਲੈਕਸ਼ਨ ਲਵੋਗੇ ਅਗਰ ਤੁਸੀਂ ਇਮਾਨਦਾਰੀ ਨਾਲ ਮਿਹਨਤ ਕਰਦੇ ਹੋ ਸਾਡੇ ਨਾਲ। ਅਸੀਂ ਅੱਜ ਦੀ ਕਲਾਸ ਵਿੱਚ ਮੈਥ ਸਬਜੈਕਟ ਨੂੰ ਸ਼ੁਰੂ ਕਰ ਰਹੇ ਹਾਂ, ਜਿਸ ਵਿੱਚ ਅਸੀਂ ਮੈਥ ਦੇ ਸਾਰੇ ਬੇਸਿਕ ਚੈਪਟਰ ਕਰਾਂਗੇ ਜੋ ਹਰ ਇੱਕ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ। ਜਿਵੇਂ ਕਿ ਤੁਸੀਂ ਇੱਥੇ ਦੇਖੋ, ਇਹ ਕੁਝ ਕੁ ਐਗਜ਼ਾਮ ਹਨ, ਜਿਵੇਂ ਕਿ ਪੰਜਾਬ ਪੁਲਿਸ ਕਾਂਸਟੇਬਲ, ਇੰਸਪੈਕਟਰ, SSC, ਬੈਂਕ। ਹੋਰ ਵੀ ਬਹੁਤ ਸਾਰੇ ਐਗਜ਼ਾਮ ਨੇ, ਪਰ ਇਹ ਚਾਰਾਂ ਵਿੱਚ ਦੇਖੋ ਕੀ ਆ ਕਾਮਨ ਕੀ ਆ। ਇਹਦੇ ਵਿੱਚ ਤੁਸੀਂ ਕੀ ਦੇਖੋਗੇ, ਜੋ ਮੈਥ ਦੇ ਬੇਸਿਕ ਚੈਪਟਰ ਹੁੰਦੇ ਨੇ ਉਹ ਸਾਰੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ। ਅਤੇ ਤੁਹਾਨੂੰ ਇਹ ਵੀ ਪਤਾ ਵੀ ਅਸੀਂ ਜੇ ਊੜਾ ਆੜਾ ਸਿੱਖ ਲਈਏ ਤਾਂ ਉਹ ਸਾਡੇ ਹਮੇਸ਼ਾ ਕੰਮ ਆਉਂਦਾ। ਇਸ ਤਰੀਕੇ ਨਾਲ ਅਸੀਂ ਜੇ ਹੁਣ ਬੇਸਿਕ ਚੈਪਟਰ ਸਿੱਖ ਲਾਂਗੇ ਤਾਂ ਉਹ ਸਾਡੇ ਹਰ ਇੱਕ ਐਗਜ਼ਾਮ ਵਿੱਚ ਕੰਮ ਆਊਗਾ, ਕਿਉਂਕਿ ਜੇ ਸਾਡੇ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ 2 ਤੇ 2 4 ਹੁੰਦੇ ਨੇ ਤਾਂ ਉਹ SSC ਵਿੱਚ 4 ਹੀ ਹੋਣਗੇ, ਅਤੇ ਬੈਂਕ ਵਿੱਚ ਉਹ ਐਂ ਨਹੀਂ ਬੈਂਕ ਦੇ ਵਿੱਚ 9 ਹੋ ਜਾਣਗੇ। ਸਮਝ ਰਹੇ ਹੋ ਮੇਰੀ ਗੱਲ ਨੂੰ? ਜਿਵੇਂ ਇੱਥੇ ਦੇਖ ਲਓ, ਸਿੰਪਲੀਫਿਕੇਸ਼ਨ, ਐਵਰੇਜ, ਡੈਸੀਮਲ ਫ੍ਰੈਕਸ਼ਨ, ਰੇਸ਼ੀਓ ਐਂਡ ਪ੍ਰਪੋਰਸ਼ਨ, ਪਰਸੈਂਟੇਜ, ਪ੍ਰੋਫਿਟ ਲਾਸ, ਇਸ ਤਰ੍ਹਾਂ ਹੋਰ ਕਈ ਨੇ। ਇੱਧਰ ਦੇਖੋ ਪੰਜਾਬ ਪੁਲਿਸ ਇੰਸਪੈਕਟਰ ਵਿੱਚ ਇੱਥੇ ਵੀ ਕਾਮਨ ਮਿਲਣਗੇ ਤੁਹਾਨੂੰ ਚੈਪਟਰ। ਇੱਥੇ ਦੇਖੋ SSC ਵਿੱਚ ਅਰਥਮੈਟੀਕਲ ਆਪਰੇਸ਼ਨ, ਅਰਥਮੈਟੀਕਲ ਵਿੱਚ ਇਹ ਸਾਰੇ ਚੈਪਟਰ ਹੁੰਦੇ ਨੇ। ਜੋ ਇਹ ਸਾਰੇ ਚੈਪਟਰ ਨੇ ਇਹਨੂੰ ਆਪਾਂ ਅਰਥਮੈਟੀਕਲ ਕਹਿੰਦੇ ਹਾਂ, ਮੈਥ ਦਾ ਅਰਥਮੈਟਿਕ। ਅਤੇ ਇਸ ਤਰ੍ਹਾਂ ਬੈਂਕ ਵਿੱਚ ਵੀ ਸੇਮ ਨੇ। ਅਤੇ ਮੇਰਾ ਕਹਿਣ ਦਾ ਮਤਲਬ ਕੀ ਆ ਵੀ ਜੇ ਅਸੀਂ ਬੇਸਿਕ ਨੂੰ ਇੱਕ ਵਾਰੀ ਚੰਗੇ ਤਰੀਕੇ ਨਾਲ ਪੜ੍ਹ ਲਈਏ ਤਾਂ ਸਾਨੂੰ ਵਾਰ ਪੜ੍ਹਨ ਦੀ ਕੀ ਲੋੜ ਆ। ਜੇ ਅਸੀਂ ਕੋਈ ਵੀ ਐਗਜ਼ਾਮ ਦੇਣਾ ਤਾਂ ਅਸੀਂ ਕੀ ਕਰਦੇ ਹਾਂ, ਸਾਨੂੰ ਜਿਹੜੇ ਕੋਰਸ ਵੇਚਣ ਵਾਲੇ ਨੇ ਉਹ ਕੀ ਭਰਮ ਵਿੱਚ ਰੱਖਦੇ ਨੇ ਵੀ ਸਾਨੂੰ ਹਰ ਇੱਕ ਐਗਜ਼ਾਮ ਲਈ ਅੱਡ ਤੋਂ ਕੋਰਸ ਲੈਣਾ ਪਊਗਾ, ਕੋਰਸ ਪਰਚੇਜ ਕਰਨਾ ਪਊਗਾ ਤਾਂ ਸਾਡੀ ਤਿਆਰੀ ਹੋਊਗੀ। ਇਹ ਬਿਲਕੁਲ ਗਲਤ ਆ। ਅਸੀਂ ਇਸ ਵਿੱਚ ਤੁਹਾਨੂੰ ਹਰ ਇੱਕ ਐਗਜ਼ਾਮ ਦੀ ਤਿਆਰੀ ਕਰਾਵਾਂਗੇ। ਤੁਸੀਂ ਬਸ ਮੈਥ ਨੂੰ ਇੱਕ ਵਾਰੀ ਪੜ੍ਹੋ ਅਤੇ ਤੁਸੀਂ ਕੋਈ ਵੀ ਐਗਜ਼ਾਮ ਕੁਆਲੀਫਾਈ ਕਰ ਸਕਦੇ ਹੋ। ਚਲੋ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦੀ ਕਲਾਸ ਨੂੰ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਚੈਪਟਰ ਕੀ ਆ, ਟੌਪਿਕ ਕੀ ਆ, ਇਹ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ। ਰੇਸ਼ੀਓ ਐਂਡ ਪ੍ਰਪੋਰਸ਼ਨ, ਅਨੁਪਾਤ ਅਤੇ ਸਮਾਨ ਅਨੁਪਾਤ। ਕੀ ਆ ਰੇਸ਼ੀਓ ਐਂਡ ਪ੍ਰਪੋਰਸ਼ਨ? ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਵਾਟ ਇਜ਼ ਰੇਸ਼ੀਓ, ਰੇਸ਼ੀਓ ਕੀ ਹੈ। ਨੈਕਸਟ ਦੇਖਾਂਗੇ ਅਸੀਂ ਧਿਆਨ ਨਾਲ ਬੇਸਿਕ ਕੰਸੈਪਟ ਕੀ ਨੇ ਇਹਦੇ। ਅੱਗੇ ਟਾਈਪਸ ਆਫ ਰੇਸ਼ੀਓ ਨੂੰ ਦੇਖਾਂਗੇ, ਅਤੇ ਬਾਅਦ 'ਚ ਪਤਾ ਕਰਾਂਗੇ ਵੀ ਹਾਊ ਟੂ ਫਾਈਂਡ ਰੇਸ਼ੀਓ, ਅਸੀਂ ਰੇਸ਼ੀਓ ਕਿਵੇਂ ਫਾਈਂਡ ਕਰਨਾ। ਇਹ ਸਭ ਤੋਂ ਇੰਪੋਰਟੈਂਟ ਆ। ਅੱਛਾ, ਜੇ ਹੁਣ ਤੁਹਾਨੂੰ ਕੋਈ ਪੁੱਛ ਰਿਹਾ ਵਾਟ ਇਜ਼ ਰੇਸ਼ੀਓ, ਰੇਸ਼ੀਓ ਕੀ ਹੈ, ਕੰਪੈਰੀਜ਼ਨ ਬਿਟਵੀਨ 2 ਐਂਡ ਮੋਰ ਨੰਬਰ। ਕੀ ਆ ਰੇਸ਼ੀਓ? ਕੀ ਆ ਤੁਲਨਾ 2 ਤੋਂ ਵੱਧ ਸੰਖਿਆਵਾਂ, 2 ਹੋਣ ਜਾਂ 2 ਤੋਂ ਵੱਧ ਹੋਣ, ਜਿਨ੍ਹਾਂ ਦੇ ਯੂਨਿਟ ਸੇਮ ਹੋਣ। ਕੀ ਆ ਵੀ ਜਿਨ੍ਹਾਂ ਦੇ ਯੂਨਿਟ ਸੇਮ ਹੋਣ ਅਤੇ ਉਹਨਾਂ ਨੂੰ ਆਪਾਂ ਕੰਪੈਰੀਜ਼ਨ ਕਰਨਾ ਉਹਨਾਂ ਵਿੱਚ। ਸਿੰਪਲ ਇਹ ਸਮਝ ਕੇ ਚੱਲੋ ਹਜੇ। ਅਤੇ ਬੇਸਿਕ ਕੰਸੈਪਟ ਇਹ ਅੱਗੇ ਦੇਖਦੇ ਹਾਂ। ਤੁਸੀਂ ਕੀ ਦੇਖਿਆ ਹੋਣਾ, ਹਰ ਇੱਕ ਪੇਜ 'ਤੇ ਲਿਖਿਆ ਮੈਥ ਇਜ਼ ਰੀਅਲ ਲਾਈਫ, ਮੈਥ ਇਕੁਅਲ ਟੂ ਰੀਅਲ ਲਾਈਫ। ਦੇਖੋ ਹੁਣ ਇਹਨੂੰ ਕਿਵੇਂ ਮੈਂ ਪ੍ਰੂਫ ਕਰਦਾ। ਦੇਖੋ ਇਹਦਾ ਮਤਲਬ ਕੀ ਆ ਵੀ ਜਿਵੇਂ ਮੰਨ ਲਓ ਇਹਨੂੰ ਰੀਅਲ ਲਾਈਫ ਨਾਲ ਆਪਾਂ ਰਿਲੇਟ ਕਰਕੇ ਚੱਲਾਂਗੇ, ਮੈਥ ਨੂੰ ਬਿਲਕੁਲ ਈਜ਼ੀ ਹੋ ਜਾਊਗਾ ਅਗਰ ਤੁਸੀਂ ਇਹਨੂੰ ਰੀਅਲ ਲਾਈਫ ਨਾਲ ਰਿਲੇਟ ਕਰਕੇ ਚੱਲੋਗੇ। ਸਮਝਣਾ ਬਹੁਤ ਆਸਾਨ ਹੋ ਜਾਊਗਾ। ਮੰਨ ਲਓ ਰਾਮ ਆ, ਉਹਦੇ 2 ਪੁੱਤਰ ਨੇ A ਐਂਡ B। ਅਗਰ ਇਹਨੇ ਆਪਣੀ ਪ੍ਰੋਪਰਟੀ, ਜੋ ਵੀ ਇਹਦੇ ਕੋਲ ਪ੍ਰੋਪਰਟੀ ਆ, ਮੰਨ ਲਓ ਇਹਨਾਂ ਵਿੱਚ ਵੰਡਣੀ ਆ। ਇਹਦੇ ਕੋਲ ਕੈਸ਼ ਪਿਆ 10 ਲੱਖ ਪਿਆ, ਜ਼ਮੀਨ ਪਈ ਆ ਜਾਂ 50 ਕਿੱਲੇ ਜ਼ਮੀਨ ਪਈ ਆ, ਹੋਰ ਵੀ FDI ਕਰਾਈ ਹੋਈ ਆ। ਤਾਂ ਹੁਣ ਇਹ ਕੀ ਕਰੂਗਾ ਵੀ ਦੋਨਾਂ ਨੂੰ ਅੱਧੀ ਜ਼ਮੀਨ ਦਊਗਾ, ਹੈ ਨਾ, ਵੀ ਅੱਧੀ ਸਾਰਾ ਕੁਛ ਅੱਧਾ ਹੀ ਕਰੂਗਾ। ਮੰਨ ਲਓ ਦੋਨਾਂ ਨੂੰ ਅਗਰ ਇਹਨੇ ਕੀ ਦੇਣਾ ਤਾਂ ਕੀ ਹੋਊਗਾ, ਅੱਧਾ ਇਹਨੂੰ ਦੇ ਦਿਓ ਅਤੇ ਅੱਧਾ ਇਹਨੂੰ ਦੇ ਦਿਓ, ਹੈ ਨਾ। ਆਹੀ ਕਹਿ ਸਕਦਾ। ਹੁਣ ਇਹ ਤਾਂ ਹੈ ਨਹੀਂ
ਵੀ ਇਹ ਕਹੇ ਵੀ ਮੇਰੇ ਕੋਲ 10 ਲੱਖ ਕੈਸ਼ ਆ, ਇਹਨੂੰ 5 ਇਹਨੂੰ ਦੇ ਦਿਓ, 5 ਇਹਨੂੰ ਦੇ ਦਿਓ, FDI ਕਰਾਈ ਹੋਈ ਆ ਇੰਨੇ ਦੀ, ਇਹਨੂੰ ਅੱਧਾ ਦੇ ਦਿਓ। FDI ਹੁਣ ਹੋ ਸਕਦਾ ਕਿੰਨੇ ਮਰਜ਼ੀ ਦੀ ਕਰਾਈ ਹੋਵੇ, ਅਗਲਾ ਸਿੰਪਲ ਐਂ ਕਹੂ ਵੀ ਅੱਧਾ ਇਹਨੂੰ ਦੇ ਦਿਓ, ਅੱਧਾ ਇਹਨੂੰ ਦੇ ਦਿਓ। ਠੀਕ ਆ, ਇੱਥੇ ਸਮਝ ਰਹੇ ਹੋ। ਹੁਣ ਅਗਰ ਆਪਾਂ ਰੇਸ਼ੀਓ ਕੱਢਣਾ, ਹਾਊ ਟੂ ਫਾਈਂਡ ਰੇਸ਼ੀਓ, ਇੱਥੇ ਲਿਖਿਆ ਦੇਖੋ, ਇਹਦੇ 3 ਰੂਲ ਨੇ। ਇੱਕ ਤਾਂ ਯੂਨਿਟ ਸੇਮ ਹੋਣਾ ਚਾਹੀਦਾ, ਠੀਕ ਆ, ਯੂਨਿਟ ਸੇਮ ਹੋਣਾ ਚਾਹੀਦਾ। ਸੈਕਿੰਡ, ਰਿਮੂਵ ਫ੍ਰੈਕਸ਼ਨ, ਫ੍ਰੈਕਸ਼ਨ ਰਿਮੂਵ ਕਰੋ, ਠੀਕ ਆ। ਤੇ ਥਰਡ ਤਰੀਕਾ ਮੈਂ ਤੁਹਾਨੂੰ ਹੁਣੇ ਦੱਸਦਾ। ਹੁਣ ਇੱਥੇ ਕੀ ਆਪਾਂ ਹਾਊ ਟੂ ਫਾਈਂਡ ਰੇਸ਼ੀਓ ਵਿੱਚ ਕੀ ਲਿਖਿਆ, ਰਿਮੂਵ ਫ੍ਰੈਕਸ਼ਨ। ਫ੍ਰੈਕਸ਼ਨ ਰਿਮੂਵ ਕਰਨ ਲਈ ਆਪਾਂ ਕੀ ਕਰਾਂਗੇ, ਫ੍ਰੈਕਸ਼ਨ ਰਿਮੂਵ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜੇ ਆਪਾਂ 1 ਕਿਲੋ ਬਰਾਬਰ 5 ਐਪਲ, ਹੈ ਨਾ, ਇਹ ਵੀ ਇੱਕ ਤਰੀਕੇ ਦਾ ਕੰਪੈਰੀਜ਼ਨ ਆ। ਮੰਨ ਲਓ 1 ਕਿਲੋ 5 ਐਪਲ ਦੇ ਬਰਾਬਰ ਹੋ ਸਕਦਾ, ਹਾਂ ਹੋ ਸਕਦਾ, ਕਿਉਂਕਿ 1 ਕਿਲੋ ਬਰਾਬਰ 5 ਸੇਬ, ਇਹ ਹੋ ਸਕਦਾ। ਬਟ ਆਪਾਂ ਜੇ ਰੇਸ਼ੀਓ ਕੱਢਣਾ ਹੋਵੇ 1:5, ਇਹ ਹੋ ਸਕਦਾ, ਇਹ ਨਹੀਂ ਹੋ ਸਕਦਾ, ਕਿਉਂਕਿ ਆਪਾਂ ਨੂੰ ਯੂਨਿਟ ਸੇਮ ਚਾਹੀਦਾ। ਇੱਥੇ ਐਪਲ ਨੇ, ਇੱਥੇ ਕੇਜੀ ਦਿੱਤਾ ਹੋਇਆ, ਜਾਂ ਤਾਂ ਇਹਨਾਂ ਨੂੰ ਵੀ ਐਪਲ ਕਰ ਦਿਓ, ਜਿਵੇਂ 5 ਐਪਲ ਕਰ ਦਿਓ ਇੱਥੇ, ਜਾਂ ਫਿਰ ਇੱਥੇ ਕੇਜੀ ਕਰ ਦਿਓ, ਫਿਰ ਯੂਨਿਟ ਕੀ ਸੌਰੀ ਫਿਰ ਰੇਸ਼ੀਓ ਕੀ ਆਊਗਾ, 1:1। ਹੁਣ ਇਸੇ ਤਰ੍ਹਾਂ ਇੱਥੇ ਦੇਖੋ, ਜੇ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਕੀ ਹੋਊਗਾ, 2 ਨਾਲ 2 ਕੱਟਿਆ ਜਾਊਗਾ ਤਾਂ ਅਨੁਪਾਤ ਕਿੰਨਾ ਆ ਜਾਊਗਾ, 1:1। ਇੱਥੇ ਕੀ ਕੀਤਾ ਆਪਾਂ, ਰੇਸ਼ੀਓ ਕੱਢਣ ਲਈ ਫ੍ਰੈਕਸ਼ਨ ਨੂੰ ਰਿਮੂਵ ਕੀਤਾ। ਇਹ ਮੰਨ ਕੇ ਚੱਲੋ ਵੀ ਤੁਸੀਂ ਦਿਮਾਗ ਵਿੱਚ ਫਿੱਟ ਕਰ ਲਓ ਵੀ ਰੇਸ਼ੀਓ ਕਦੇ ਵੀ ਫ੍ਰੈਕਸ਼ਨ ਵਿੱਚ ਨਹੀਂ ਹੋਣਾ। ਜੇ ਆਪਾਂ ਉਹਨੂੰ ਸੋਲਵ ਕਰਾਂਗੇ ਤਾਂ ਤੁਹਾਡਾ ਰੇਸ਼ੀਓ ਨਿਕਲ ਕੇ ਆਊਗਾ। ਠੀਕ ਆ, ਹੁਣ ਅਗਲੇ ਪੇਜ ਤੇ ਆ ਜਾਓ, ਉੱਥੇ ਆਪਾਂ ਦੇਖਦੇ ਹਾਂ ਬੇਸਿਕ ਕੰਸੈਪਟ ਕੀ ਨੇ ਰੇਸ਼ੀਓ ਦੇ ਬੇਸਿਕ ਕੰਸੈਪਟ। ਜੇ ਮੰਨ ਲਓ ਤੁਹਾਨੂੰ A ਰੇਸ਼ੀਓ B ਦਿੱਤਾ ਹੋਇਆ, ਮੰਨ ਲਓ ਤੁਹਾਨੂੰ 2:3 ਦੇ ਰੱਖਿਆ, ਠੀਕ ਆ, ਤਾਂ ਕੀ ਆਪਾਂ ਇਹਨੂੰ ਐਂ ਕਹਿ ਸਕਦੇ ਹਾਂ ਵੀ A/B 2:3। ਇਹਦਾ ਮਤਲਬ ਕੀ ਹੋਇਆ, ਜਦੋਂ ਆਪਾਂ ਬਟੇ ਵਿੱਚ ਕੋਈ ਵੈਲਿਊ ਰੱਖਦੇ ਹਾਂ ਉਦੋਂ ਵੀ ਤਾਂ ਆਪਾਂ ਕੰਪੈਰੀਜ਼ਨ ਹੀ ਕਰ ਰਹੇ ਹਾਂ। ਹੁਣ ਜਿਵੇਂ B ਨਾਲ ਤੁਲਨਾ ਕਰ ਰਹੇ ਹਾਂ, B ਨਾਲ ਤੁਲਨਾ ਕਰ ਰਹੇ ਹਾਂ A ਦੀ, ਇੱਥੇ ਕੀ ਪ੍ਰੂਫ ਹੁੰਦਾ ਵੀ ਜਿਹਦੇ ਨਾਲ ਆਪਾਂ ਤੁਲਨਾ ਕਰਾਂਗੇ ਉਹ ਹੇਠਾਂ ਹੋਊਗਾ ਤੇ ਜਿਹਦੀ ਤੁਲਨਾ ਹੋ ਰਹੀ ਹੋਊਗੀ ਉਹ ਉੱਪਰ। ਇੱਥੇ ਕੀ ਹੋਇਆ ਵੀ ਕਿੰਨਾ, ਜੇ A 2 ਆ ਤਾਂ B ਕਿੰਨਾ 3। ਠੀਕ ਆ, ਇੱਥੇ ਤੱਕ ਹੋਪ ਆ ਵੀ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਮਝ ਰਹੇ ਹੋਗੇ। ਅੱਗੇ ਆ ਜਾਓ, ਅਗਲੇ ਪੇਜ ਤੇ ਦੇਖੋ ਟਾਈਪਸ ਆਫ ਰੇਸ਼ੀਓ। ਇੱਥੇ ਦੇਖਦੇ ਹਾਂ ਆਪਾਂ ਟਾਈਪਸ ਆਫ ਰੇਸ਼ੀਓ। ਜਿਵੇਂ ਡੁਪਲੀਕੇਟ ਰੇਸ਼ੀਓ ਹੈ, ਇਹ ਡੁਪਲੀਕੇਟ ਰੇਸ਼ੀਓ ਦੇ ਰੱਖਿਆ। ਅਗਰ ਤੁਹਾਡੇ ਕੋਲ A ਰੇਸ਼ੀਓ B ਦਿੱਤਾ ਹੋਇਆ ਤਾਂ ਉਹਦਾ ਤੁਸੀਂ ਡੁਪਲੀਕੇਟ ਰੇਸ਼ੀਓ ਕੀ ਹੁੰਦਾ, ਸਿੰਪਲ ਕੀ ਕਰੋ, ਉਹਦਾ ਸਕੁਏਅਰ ਕਰ ਦਿਓ, A² B²। ਇਸ ਤਰ੍ਹਾਂ ਕੀ ਆ ਸਬ ਡੁਪਲੀਕੇਟ ਰੇਸ਼ੀਓ, ਇਹ 'ਚ ਕੀ ਹੁੰਦਾ, A ਰੇਸ਼ੀਓ B ਅਗਰ ਦੇ ਰੱਖਿਆ ਤਾਂ ਤੁਸੀਂ ਕੀ ਕਰੋ, ਉਹਦਾ ਰੂਟ ਕਰ ਦਿਓ, A√B। ਟ੍ਰਿਪਲੀਕੇਟ ਰੇਸ਼ੀਓ, A ਦਾ ਕਿਊਬ B ਦਾ ਕਿਊਬ ਕਰ ਦਿਓ, ਤੇ ਸਬ ਟ੍ਰਿਪਲੀਕੇਟ 'ਚ A ਦਾ ਕਿਊਬ ਰੂਟ ਤੇ B ਦਾ ਕਿਊਬ ਰੂਟ। ਇਹਦਾ ਬਹੁਤ ਈਜ਼ੀ ਆ। ਜੇ ਮੰਨ ਲਓ ਐਗਜ਼ਾਮਪਲ ਲਈ ਇੱਥੇ ਮੰਨ ਲਓ A ਰੇਸ਼ੀਓ, A ਕਿੰਨਾ ਦਿੱਤਾ ਹੋਇਆ 3 ਤੇ B ਕਿੰਨਾ ਦਿੱਤਾ ਹੋਇਆ 5। ਹੁਣ ਕਿੰਨਾ ਆ ਜਾਊਗਾ, A ਕਿੰਨਾ ਆ ਜਾਊਗਾ 9 ਤੇ B 25। ਇਸ ਤਰ੍ਹਾਂ ਇੱਥੇ √3 √5। ਅੱਗੇ ਇੱਥੇ 27, ਇੱਥੇ 125। ਇਸ ਤਰ੍ਹਾਂ ਰੂਟ ਕਰ ਦਿਓ, ਕਿਊਬ ਰੂਟ ਕਿੰਨਾ ਹੋ ਗਿਆ ਤੇ 5 ਦਾ ਆ ਗਿਆ। ਇਹ ਤਾਂ ਬਹੁਤ ਚਲੋ ਈਜ਼ੀ ਤੀ, ਇਹ ਸਮਝ ਗਏ ਆਸਾਨੀ। ਹੁਣ ਇੱਕ ਇਸੇ ਤਰੀਕੇ ਨਾਲ ਹੁੰਦਾ ਇੱਕ ਮਿਕਸਡ, ਕੀ ਹੁੰਦਾ ਮਿਕਸਡ ਪ੍ਰਪੋਰਸ਼ਨ, ਮਿਕਸਡ ਰੇਸ਼ੀਓ। ਮਿਕਸਡ ਰੇਸ਼ੀਓ ਇਹਦੇ ਵਿੱਚ ਕੀ ਦੇ ਰੱਖਿਆ ਹੁੰਦਾ, ਜਿਵੇਂ A ਰੇਸ਼ੀਓ B ਦੇ ਰੱਖਿਆ ਐਂਡ C ਰੇਸ਼ੀਓ D, ਫਾਈਂਡ ਰੇਸ਼ੀਓ। ਠੀਕ ਆ, ਐਵੇਂ ਦੇ ਰੱਖਿਆ ਹੁੰਦਾ ਫਾਈਂਡ ਰੇਸ਼ੀਓ। ਤਾਂ ਤੁਸੀਂ ਇਹਦੇ ਵਿੱਚ ਕੀ ਕਰਨਾ ਹੁੰਦਾ, ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਵੀ ਜੇ ਆਪਾਂ A ਰੇਸ਼ੀਓ A/B ਇਹਨੂੰ ਲਿਖ ਲਈਏ, ਇੱਕੋ ਚੀਜ਼ ਆ, ਬਸ ਆਪਾਂ ਇੱਥੇ ਵੀ ਕੰਪੈਰੀਜ਼ਨ ਕਰ ਰਹੇ ਹਾਂ। ਤੇ ਇਹਦਾ ਮਤਲਬ ਕੀ ਆ, ਇਹਦਾ ਮਤਲਬ ਬਰਾਬਰ, ਤੇ C/D। ਇਹ ਸਾਰਿਆਂ ਨੂੰ ਪਤਾ, ਆਪਾਂ ਇਹਨੂੰ ਸੋਲਵ ਕਿਵੇਂ ਕਰਦੇ ਹਾਂ, ਇਹਨੂੰ ਇਹਦੇ ਨਾਲ ਗੁਣਾ, ਇਹਨੂੰ ਇਹਦੇ ਨਾਲ ਗੁਣਾ, AD ਬਰਾਬਰ BC। ਇੱਥੇ ਐਗਜ਼ਾਮਪਲ ਲਈ ਮੰਨ ਲਓ A ਦਿੱਤਾ ਹੋਇਆ 3
B 5, C ਕਿੰਨਾ ਦਿੱਤਾ ਹੋਇਆ 6 ਤੇ ਇਹਨੂੰ ਮੰਨ ਲਓ ਆਪਾਂ 7 ਮੰਨ ਲੈਣਾ। ਚਲੋ AD ਕਿੰਨਾ ਹੋ ਗਿਆ, AD ਕਿੰਨਾ ਹੋ ਗਿਆ 21 ਤੇ ਇੱਥੇ ਕਿੰਨਾ ਆ ਗਿਆ BC 30, ਉਹ ਕਿੰਨਾ ਆ ਗਿਆ 7:10। ਦੇਖੋ ਇੱਥੇ ਮੈਂ ਕੀ ਦੱਸਣਾ ਤੁਹਾਨੂੰ, ਆਪਾਂ ਇੱਥੇ ਪਹਿਲਾਂ ਹੀ ਗੁਣਾ ਕਰ ਲਿਆ, ਠੀਕ ਆ। ਇਹ ਤਾਂ ਚਲੋ ਛੋਟੀ ਵੈਲਿਊ ਤੀ, ਪਹਿਲਾਂ ਗੁਣਾ ਕਰ ਲਈ, ਛੋਟੀ ਵੈਲਿਊ ਤੀ। ਹੁਣ ਜਿਵੇਂ ਇੱਥੇ 3 ਗੁਣਾ 7 ਤੇ 6 ਗੁਣਾ 5, ਆਪਾਂ ਐਵੇਂ ਵੀ ਕਰ ਸਕਦੇ ਸੀ, ਛੋਟਾ ਛੋਟਾ ਕਰਕੇ ਲਿਖ ਕੇ ਇਹਨੂੰ ਕੱਟ ਸਕਦੇ ਸੀ 2 ਨਾਲ। ਇਹ ਕਿੰਨਾ ਆ ਗਿਆ 7:10। ਬਸ ਇਹ ਸਮਝਾਉਣਾ ਮੈਂ ਤੁਹਾਨੂੰ, ਇਹਨਾਂ ਗੱਲਾਂ ਤੋਂ ਬਚੋ ਵੀ ਤੁਸੀਂ ਸਭ ਤੋਂ ਪਹਿਲਾਂ ਛੋਟਾ ਛੋਟਾ ਕਰਕੇ ਲਿਖਣਾ ਤਾਂ ਕਿ ਤੁਹਾਨੂੰ ਕੱਟ ਕਰਨ ਵਿੱਚ ਈਜ਼ੀ ਰਹੇ, ਕਿਉਂਕਿ ਡਿਵਾਈਡ ਕਰਨਾ ਕਦੇ ਵੀ ਛੋਟੀ ਵੈਲਿਊ ਜਿਹੜੀ ਹੁੰਦੀ ਹੈ ਡਿਵਾਈਡ ਕਰਨੀ ਸੌਖੀ ਰਹਿੰਦੀ ਹੈ। ਹੁਣ ਦੇਖੋ ਇੱਥੇ ਸ਼ਾਰਟ ਫਾਰਮ, ਇਸ ਨਾਲ ਸ਼ਾਰਟ ਤਰੀਕਾ ਕੀ ਬਣਦਾ, ਇੱਥੇ ਕੀ ਬਣਦਾ, ਟ੍ਰਿਕ ਕੀ ਬਣਦੀ ਆ, ਬਾਹਰਲਿਆਂ ਦੀ ਗੁਣਿਆ ਬਾਹਰਲਿਆਂ ਨਾਲ ਤੇ ਅੰਦਰਲਿਆਂ ਦੀ ਗੁਣਾ ਅੰਦਰਲਿਆਂ ਨਾਲ। ਕੀ ਬਣ ਗਿਆ ਇੱਥੇ AD ਬਰਾਬਰ BC। ਬਸ ਇਹ ਤੀ ਸ਼ਾਰਟ ਟ੍ਰਿਕ, ਜੋ ਕਿ ਤੁਹਾਨੂੰ ਹਰ ਇੱਕ ਦੱਸਦਾ, ਪਰ ਤੁਹਾਨੂੰ ਕਨਸੈਪਟ ਨਹੀਂ ਦੱਸਦੇ ਵੀ ਇਹ ਬਣਦਾ ਕਿਵੇਂ ਆ, ਠੀਕ ਆ। ਚਲੋ ਹੁਣ ਅੱਗੇ ਆਪਾਂ ਕੁਝ ਕੁਐਸਚਨ ਕਰਦੇ ਹਾਂ। ਦੇਖੋ ਪਹਿਲਾ ਕੁਐਸਚਨ ਕੀ ਆ, 2 ਲੀਟਰ ਅਤੇ 600 ਮਿਲੀਲੀਟਰ ਦਾ ਅਨੁਪਾਤ ਕੀ ਹੈ। 2 ਲੀਟਰ ਅਤੇ ਕੀ ਆ 600 ਮਿਲੀਲੀਟਰ। ਹੁਣ ਕੀ ਇਹ ਬਰਾਬਰ ਹੋ ਸਕਦੇ ਨੇ? ਹਾਂ ਹੋ ਸਕਦੇ ਨੇ, ਹੋ ਸਕਦਾ ਕਿਤੇ ਹੁੰਦੇ ਹੋਣ, ਕਿਸੇ ਹੋਰ ਗ੍ਰਹਿ ਤੇ ਇਹ ਬਰਾਬਰ ਹੁੰਦੇ ਹੋਣ, ਠੀਕ ਹੈ। ਕੀ ਪਤਾ ਹੋਰ ਪਲੈਨਟ ਤੇ ਬਰਾਬਰ ਹੋਣ। ਪਰ ਜਦੋਂ ਆਪਾਂ ਰੇਸ਼ੀਓ ਕੱਢਣਾ, ਮੈਂ ਰੇਸ਼ੀਓ ਕੱਢਣੀ ਤੁਹਾਨੂੰ ਕੀ ਦੱਸਿਆ, 2 ਲੀਟਰ ਅਤੇ 600 ਮਿਲੀਲੀਟਰ। ਕੀ ਆਪਾਂ ਇਹਨਾਂ ਦਾ ਰੇਸ਼ੀਓ ਕੱਢ ਸਕਦੇ ਹਾਂ? ਨਹੀਂ, ਆਪਾਂ ਨੂੰ ਯੂਨਿਟ ਸੇਮ ਕਰਨਾ ਪੈਣਾ। ਇੱਥੇ ਲੀਟਰ ਦੇ ਰੱਖਿਆ, ਇੱਥੇ ML ਦੇ ਰੱਖਿਆ। ਆਪਾਂ ਲੀਟਰ ਨੂੰ ML ਕਰਨ ਲਈ ਕੀ ਕਰਾਂਗੇ, 1000 ਨਾਲ ਗੁਣਾ ਕਰ ਦਾਂਗੇ, ਕਿਉਂਕਿ ਸਾਰਿਆਂ ਨੂੰ ਪਤਾ 1 ਲੀਟਰ 'ਚ 1000 ML ਹੁੰਦਾ, ਠੀਕ ਆ। ਇੱਥੇ ਆ ਜਾਊਗਾ 600 ML ਤੇ ਇੱਥੇ 2000 ML, ਇਹ ਬਰਾਬਰ ਹੋ ਗਿਆ। 2 ਜ਼ੀਰੋ ਨਾਲ 2 ਜ਼ੀਰੋ ਕੱਟਿਆ ਗਿਆ, ਇੱਥੇ 2 ਨਾਲ ਇਹ 3। ਅਨੁਪਾਤ ਕਿੰਨਾ ਆ ਗਿਆ 10:3। ਆਨਸਰ ਕਿਹੜਾ ਸਹੀ ਆ? ਆਨਸਰ ਆਪਸ਼ਨ ਨੰਬਰ D 10:3। ਅਗਲਾ ਕੁਐਸਚਨ ਕੀ ਆ, 15 ਹਫ਼ਤਿਆਂ ਅਤੇ 150 ਦਿਨਾਂ ਦਾ ਅਨੁਪਾਤ ਕੀ। ਆਹ ਦੇਖੋ ਤੁਸੀਂ, ਇਹ ਪੰਜਾਬ ਪੁਲਿਸ SI ਵਿੱਚ ਪੁੱਛਿਆ ਗਿਆ ਸੀ, ਜੋ ਹਾਲ ਵਿੱਚ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਸਿੰਪਲ ਇਹ ਕੁਐਸਚਨ ਪੁੱਛਿਆ ਗਿਆ ਸੀ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ 15 ਵੀਕ ਐਂਡ 150 ਡੇ, ਜੇ ਆਪਾਂ ਇਹਨਾਂ ਨੂੰ ਅਨੁਪਾਤ ਵਿੱਚ, ਇਹਨਾਂ ਦਾ ਅਨੁਪਾਤ ਕੱਢਣਾ ਤਾਂ ਕੀ ਕਰਨਾ ਪਊਗਾ, ਯੂਨਿਟ ਸੇਮ। ਯੂਨਿਟ ਸੇਮ ਕਰਨ ਲਈ ਕੀ ਕਰੋਗੇ, 1 ਵੀਕ 'ਚ ਕਿੰਨੇ ਦਿਨ ਹੁੰਦੇ ਨੇ, 1 ਵੀਕ 'ਚ ਹੁੰਦੇ ਨੇ 7 ਤੇ 15 ਵੀਕ 'ਚ ਕਿੰਨੇ ਹੋ ਜਾਣਗੇ 15 ਗੁਣਾ 7, ਇੱਥੇ 150 ਡੇ। ਕੀ ਆ ਗਿਆ 10:7:10। ਆਪਸ਼ਨ ਕਿਹੜਾ ਸਹੀ ਆ? ਆਪਸ਼ਨ A ਨਾ, ਇਹ ਗਲਤ ਆ, ਆਪਸ਼ਨ ਨੰਬਰ D। ਕਿਉਂਕਿ ਇੱਥੇ ਇੱਕ ਗੱਲ ਧਿਆਨ ਰੱਖਣੀ, ਜਿਵੇਂ ਤੁਹਾਨੂੰ ਪੁੱਛਿਆ ਗਿਆ ਆਨਸਰ ਤੁਸੀਂ ਉਸੇ ਤਰੀਕੇ ਨਾਲ ਦੇਣਾ, ਧੱਕਾ ਨਹੀਂ ਕਰਨਾ। ਜੇ ਧੱਕਾ ਕਰੋਗੇ ਫਿਰ ਤੁਹਾਡੇ ਨਾਲ ਧੱਕਾ ਹੋ ਜਾਊਗਾ, ਠੀਕ ਆ। ਇਹ ਗੱਲ ਧਿਆਨ ਰੱਖਣੀ, ਜਿਵੇਂ ਤੁਹਾਨੂੰ ਪੁੱਛਿਆ ਗਿਆ ਬਸ ਉਸੇ ਤਰੀਕੇ ਨਾਲ ਕਰੋ, ਠੀਕ ਆ। ਅਗਲਾ ਕੁਐਸਚਨ ਦੇਖੋ, ਇਹ ਕੁਐਸਚਨ ਦੇਖੋ, ਜਿਵੇਂ ਦੇ ਤੁਹਾਨੂੰ ਪੁੱਛੇ ਜਾਂਦੇ ਹਨ, ਪੁੱਛੇ ਤਾਂ ਚਲੋ ਉਹ ਵੀ ਜਾਂਦੇ ਹਨ, ਬਟ ਇਹ ਜ਼ਿਆਦਾ ਪੁੱਛੇ ਜਾਂਦੇ ਨੇ ਐਗਜ਼ਾਮ ਵਿੱਚ, ਕਿਉਂਕਿ ਇਹਨਾਂ ਨੂੰ ਬੇਸਿਕ ਮੰਨਿਆ ਜਾਂਦਾ ਹੈ, ਰੇਸ਼ੀਓ ਦਾ ਬੇਸਿਕ। ਵੀ ਇੱਥੇ ਆਪਾਂ ਸਿੱਖਦੇ ਹਾਂ ਵੀ ਰੇਸ਼ੀਓ ਕਿਸ ਤਰੀਕੇ ਨਾਲ ਆਪਾਂ ਫਾਈਂਡ ਕਰਨਾ ਤੇ ਕਿਵੇਂ ਕਿਵੇਂ ਫਾਈਂਡ ਕਰ ਸਕਦੇ ਹਾਂ। ਇਹਨੂੰ ਕੀ ਕਹਿੰਦੇ ਨੇ, ਇਹਨਾਂ ਨੂੰ ਕਹਿੰਦੇ ਨੇ ਕੰਬਾਈਨਡ ਰੇਸ਼ੀਓ। ਇਹਨੂੰ ਕਰਨ ਦੇ ਮੈਂ ਤੁਹਾਨੂੰ 3 ਤਰੀਕੇ ਦੱਸਾਂਗਾ। ਜੇ ਮੰਨ ਲਓ ਪਹਿਲਾ ਤਰੀਕਾ ਦੇਖੋ, ਫਸਟ ਤਰੀਕਾ, ਫਸਟ ਟਾਈਪ, ਆਪਾਂ ਕੀ ਕਰਾਂਗੇ A:B:3। ਹੁਣ ਜਿਵੇਂ ਜਿਵੇਂ ਇਹ ਦੇ ਰੱਖੇ ਨੇ ਬਸ ਐਵੇਂ ਲਿਖਦੇ ਚੱਲੋ। ਕੀ ਲਿਖਣਾ, A ਦਾ ਕਿੰਨਾ ਦਿੱਤਾ 2, B ਦਾ 3, B ਨੂੰ B ਹੇਠਾਂ, ਇਸੇ ਤਰੀਕੇ ਨਾਲ ਇੱਥੇ B ਨੂੰ B ਹੇਠਾਂ, C ਨੂੰ C ਦੇ ਹੇਠਾਂ, ਠੀਕ ਆ। ਹੁਣ ਅੱਗੇ ਨੈਕਸਟ ਸਟੈਪ ਕੀ ਕਰਨਾ, ਆਪਾਂ ਜੋ ਇਹਨਾਂ ਦੇ ਪਿੱਛੇ ਜਗ੍ਹਾ ਬਚ ਰਹੀ ਆ, ਜਿਵੇਂ ਇਹਦੇ ਪਿੱਛੇ ਜਗ੍ਹਾ ਬਚ ਰਹੀ, ਇਹਨੂੰ ਸ਼ਿਫਟ ਕਰ ਦਿਓ, ਇਹਦੇ ਅੱਗੇ ਜਗ੍ਹਾ ਬਚ ਰਹੀ, ਇਹਨੂੰ ਸ਼ਿਫਟ ਕਰ ਦਿਓ, ਠੀਕ ਆ। ਬਾਕੀ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗੁਣਾ ਕਰ ਦਿਓ, 4 ਦੂਣੀ 8, ਇਹਨੂੰ ਇਹਦੇ ਨਾਲ 12
ਤੇ ਇੱਥੇ 15 ਕਿੰਨਾ ਆ ਗਿਆ 8 12 15 ABC 8 12 15 ਆਪਸ਼ਨ B। ਠੀਕ ਆ, ਇਹ ਤੀ ਆਪਣਾ ਪਹਿਲਾ ਤਰੀਕਾ। A ਦਾ ਰੇਸ਼ੋ A ਹੇਠਾਂ, B ਦਾ B ਹੇਠਾਂ, C ਦਾ C ਹੇਠਾਂ। ਬਾਕੀ ਜੋ ਜਗ੍ਹਾ ਬਚ ਗਈ ਉਹਨੂੰ ਸ਼ਿਫਟ ਕਰਦੇ ਚੱਲੋ। ਜਿਵੇਂ ਇਹਦੇ ਅੱਗੇ A ਨੂੰ ਸ਼ਿਫਟ ਕਰਤਾ, ਬਾਅਦ 'ਚ ਫਿਰ ਗੁਣਾ। ਤੇ ਅੱਗੇ ਦੇਖੋ ਹੁਣ ਦੂਜਾ ਤਰੀਕਾ, ਸੈਕਿੰਡ ਟਾਈਪ। ਜਿਵੇਂ A ਅਨੁਪਾਤ B, B ਅਨੁਪਾਤ C। ਇੱਥੇ ਇੱਕ ਗੱਲ ਧਿਆਨ ਰੱਖਣੀ ਆ, ਜਿਵੇਂ ਤੁਸੀਂ B ਤੋਂ ਖਤਮ ਕਰ ਰਹੇ ਹੋ ਤਾਂ ਤੁਸੀਂ ਇੱਥੇ B ਤੋਂ ਸਟਾਰਟ ਕਰੋਗੇ, ਇਹ ਧਿਆਨ ਰੱਖਣਾ। ਠੀਕ ਆ, A ਰੇਸ਼ੀਓ B ਕਿੰਨਾ ਦਿੱਤਾ 2 ਅਨੁਪਾਤ 3 ਤੇ B ਰੇਸ਼ੀਓ C 4 ਅਨੁਪਾਤ 5। ਇਹ ਗੱਲ ਧਿਆਨ ਰੱਖਣਾ, ਨਹੀਂ ਕਾਹਲੀ 'ਚ ਗਲਤ ਹੋ ਜਾਂਦਾ ਕਈ ਵਾਰ, ਜਿੱਥੇ B ਖਤਮ ਉੱਥੋਂ ਸਟਾਰਟ। ਹੁਣ ਕੀ ਕਰਨਾ, ਪਹਿਲਾਂ ਇਹਨਾਂ ਨੂੰ ਗੁਣਾ ਕਰੋ, ਕਿੰਨਾ ਆ ਗਿਆ 8। ਉਸ ਤੋਂ ਬਾਅਦ ਨੈਕਸਟ ਸਟੈਪ ਇਹਨੂੰ ਗੁਣਾ ਕਰੋ ਇਹਦੇ ਨਾਲ 12। ਠੀਕ ਆ, ਅੱਗੇ ਇਹਨੂੰ ਇਹਦੇ ਨਾਲ 15, ਕਿੰਨਾ ਆ ਗਿਆ 8 12 15 ਆਪਸ਼ਨ B 8 12 15। ਇਹਨੂੰ ਕੀ ਉਲਟਾ n, ਪੁੱਠਾ n, ਪਹਿਲਾਂ ਇਹਨੂੰ ਐਵੇਂ ਗੁਣਾ, ਫਿਰ ਇੱਧਰ ਫਿਰ ਇੱਧਰ, ਇਸ ਤਰੀਕੇ ਨਾਲ ਯਾਦ ਰੱਖੋ। ਠੀਕ ਆ, ਥਰਡ ਟਾਈਪ ਆਪਣਾ ਦੇਖੋ, ਥਰਡ ਟਾਈਪ। ਇਹਨੂੰ ਕੀ ਕਰਨਾ, A ਰੇਸ਼ੋ B, ਜਿਵੇਂ ਪਹਿਲਾਂ ਆਪਾਂ ਲਿਖਿਆ ਸੀ B ਰੇਸ਼ੋ, ਇਹਦੇ ਵਿੱਚ ਵੀ ਧਿਆਨ ਰੱਖਣਾ ਜਿੱਥੋਂ ਖਤਮ ਉੱਥੋਂ ਸਟਾਰਟ। 2 ਅਨੁਪਾਤ 3 ਤੇ 4 ਅਨੁਪਾਤ 5। ਅੱਛਾ, ਇੱਥੇ ਇੱਕ ਗੱਲ ਧਿਆਨ ਰੱਖੋ, ਦੇਖੋ ਇੱਥੇ ਗੱਲ ਨੂੰ ਧਿਆਨ ਨਾਲ ਸਮਝੋ। ਜਿਵੇਂ ਮੰਨ ਲਓ A ਤੇ B ਨੇ, A B ਨੇ, ਇਹ ਕੋਈ ਪਰਸਨ ਨੇ। ਠੀਕ ਆ, ਕੋਈ ਵੀ ਨੇ, ਮੰਨ ਲਓ A ਤੇ B, ਇਹਨਾਂ ਨੂੰ ਮੈਂ ਕਹਿ ਰਿਹਾ ਵੀ ਮੇਰੀ A ਨੂੰ ਕਹਿ ਰਿਹਾ 60 ਕਿਲੋ ਆ ਤੇ B ਨੂੰ ਕਹਿ ਰਿਹਾ 70 ਕਿਲੋ। ਅੱਜ ਦੀ ਗੱਲ ਕਰ ਰਿਹਾ ਮੈਂ, ਹੁਣੇ ਕਹਿ ਰਿਹਾ ਵੀ ਦੋਨਾਂ ਨੂੰ, ਇਹਨੂੰ ਪਹਿਲਾਂ ਕਿਹਾ 60 ਕਿਲੋ ਤੇ ਇਹਨੂੰ ਕਹਿ ਰਿਹਾ 70 ਕਿਲੋ। ਹੁਣ ਕੀ ਹੋ ਸਕਦਾ, ਮੇਰਾ ਵੇਟ 60 70 ਦੋਨੇ ਹੋਵੇ, ਜਾਂ ਤਾਂ 60 ਹੋਊ ਜਾਂ 70 ਹੋਊ। ਹੁਣ ਠੀਕ ਆ, ਜਾਂ ਤਾਂ 60 ਹੋਊ ਜਾਂ 70 ਹੋਊ। ਇਸੇ ਤਰੀਕੇ ਨਾਲ ਇੱਥੇ ਦੇਖੋ, ਹੁਣ B ਦਾ ਪਹਿਲਾ ਰਿਲੇਸ਼ਨ ਕਿੰਨਾ ਆ ਰਿਹਾ ਇਹਦੇ ਨਾਲ, ਇੱਥੇ ਆ ਰਿਹਾ 3, ਇੱਥੇ ਆ ਰਿਹਾ 4, ਇੱਥੇ ਆ ਰਿਹਾ 3 ਤੇ ਇੱਥੇ ਆ ਰਿਹਾ 4। ਹੁਣ ਪਹਿਲੇ ਪੇਜ ਤੇ ਆ ਜਾਓ ਜਿੱਥੇ ਮੈਂ ਤੁਹਾਨੂੰ ਸਮਝਾਇਆ ਸੀ। ਠੀਕ ਆ, ਦੇਖੋ ਇੱਥੇ ਹੁਣ 2 ਬੇਟੇ ਦੇ ਇਹਦੇ A ਐਂਡ B। ਇਹਨੂੰ ਆਪਾਂ, ਇਹਨੇ ਇੱਕ ਇੱਕ ਹਿੱਸਾ ਦੇਤਾ, ਮਤਲਬ ਵੀ ਇੱਕ ਹਿੱਸਾ ਦੇਤਾ ਦੋਨਾਂ ਨੂੰ। ਹੁਣ ਜੇ ਬਾਅਦ 'ਚ ਇਹ ਕਹੇ ਵੀ ਇਹਦਾ ਹਿੱਸਾ ਦੁੱਗਣਾ ਕਰ ਦਿਓ B ਦਾ, ਵੀ ਇਹਨੂੰ 2 ਹਿੱਸੇ ਦੇ ਦਿਓ। ਠੀਕ ਆ, ਤਾਂ ਕਿ A ਮੰਨੂਗਾ। ਹੋ ਸਕਦਾ ਕੋਠੇ ਤੋਂ ਛਾਲ ਮਾਰੇ ਉਹ ਵੀ ਇਹਨੂੰ 2 ਹਿੱਸੇ ਦੇਤੇ, ਮੈਨੂੰ ਤਾਂ 1 ਦੇ ਰਹੇ ਹੋ। ਤਾਂ ਮਤਲਬ ਕੀ ਆ ਵੀ ਜੇ ਦੋਨੋਂ ਇਹ ਰਿਲੇਸ਼ਨ 'ਚ ਆ ਗਏ, A B ਦੋਨੋਂ ਰਿਲੇਸ਼ਨ 'ਚ ਆ ਗਏ, ਠੀਕ ਆ, ਤਾਂ ਜੇ 2 ਇਹਨੂੰ ਦਓਗੇ ਤਾਂ 2 ਇਹਨੂੰ ਵੀ ਦੇਣਾ ਪਊਗਾ। ਜੇ 2 ਦੇ ਰਹੇ ਹੋ ਦੋਨਾਂ ਨੂੰ ਦਓ 2 ਜੇ ਇਹਨੂੰ 3 ਦੇ ਰਹੇ ਹੋ 3 ਇਹਨਾਂ ਦੋਨਾਂ ਨੂੰ ਦਓ 3। ਠੀਕ ਆ, ਇਹਦਾ ਤੁਹਾਨੂੰ ਪਤਾ ਹੀ ਆ, ਜਦੋਂ ਆਪਾਂ ਰਿਲੇਸ਼ਨ 'ਚ ਆ ਜਾਂਦੇ ਹੋ, ਤੁਸੀਂ ਕੋਈ ਵੀ ਮੰਨ ਲਓ, ਫਿਰ ਜੋ ਤੁਸੀਂ ਖਾ ਰਹੇ ਹੋ ਉਹਨੂੰ ਵੀ ਖਾਣਾ ਪੈਣਾ। ਮੰਨ ਲਓ ਤੁਸੀਂ ਬਰਗਰ ਖਾ ਰਹੇ ਹੋ ਤਾਂ ਉਹਨੂੰ ਵੀ ਖਵਾਉਣਾ ਪਊਗਾ, ਕਿਤੇ ਘੁੰਮਣ ਜਾ ਰਹੇ ਹੋ ਉਹਨੂੰ ਵੀ ਨਾਲ ਲੈ ਕੇ ਜਾਣਾ ਪਊਗਾ। ਠੀਕ ਆ, ਹੁਣ ਕੋਈ ਵੀ ਰਿਲੇਸ਼ਨ ਸਮਝੋ, ਤੁਸੀਂ ਆਪ ਸਿਆਣੇ ਹੋ। ਇਸੇ ਤਰੀਕੇ ਨਾਲ ਹੁਣ ਅੱਗੇ ਦੇਖੋ, ਕੁਐਸਚਨ ਤੇ ਆ ਜਾਓ। ਕਿਹੜਾ ਕੁਐਸਚਨ ਤੇ ਆਪਣਾ ਇਹ ਸੀ। ਹੁਣ ਦੇਖੋ ਇੱਥੇ ਆਪਾਂ ਜਾਂ ਤਾਂ 4 ਹੋਊਗਾ ਜਾਂ 3 ਹੋਊਗਾ, B ਦੀ ਗਿਵਨ ਵੈਲਿਊ ਜਾਂ ਤਾਂ 4 ਹੋਊ ਜਾਂ 3 ਹੋਊ। ਠੀਕ ਆ, ਹੁਣ ਇਹਨੂੰ ਬਰਾਬਰ ਕਰਨ ਲਈ ਆਪਾਂ ਕੀ ਕਰਾਂਗੇ, ਇੱਥੇ 4 ਨਾਲ ਗੁਣਾ ਕਰ ਦਿਓ ਤੇ ਇੱਥੇ 3 ਨਾਲ ਗੁਣਾ ਕਰ ਦਿਓ। ਹੁਣ ਜੇ ਆਪਾਂ 4 ਨਾਲ ਇਹਦੇ ਨਾਲ ਗੁਣਾ ਕਰ ਰਹੇ ਹਾਂ ਤਾਂ ਇਹਦੇ ਨਾਲ ਵੀ ਕਰਨਾ ਪਊਗਾ, ਕਿਉਂਕਿ ਰਿਲੇਸ਼ਨ 'ਚ ਨੇ। ਦੋਨੋਂ A ਤੇ B ਰਿਲੇਸ਼ਨ 'ਚ ਨੇ। ਕਿੰਨਾ ਆ ਜਾਊਗਾ A ਤੇ B 8 12, ਇੱਥੇ 12 ਤੇ 15, ਆਨਸਰ ਕਿੰਨਾ ਆ ਗਿਆ 8 12 15। ਠੀਕ ਆ, ਇਹਨੂੰ ਆਪਾਂ ਦੁਬਾਰਾ ਸਮਝਣਾ 1 ਮਿੰਟ। ਹੁਣ ਦੇਖੋ ਆਪਾਂ ਕੀ ਕੀਤਾ, ਇੱਥੇ 2 ਅਨੁਪਾਤ 3 ਦਿੱਤਾ ਹੋਇਆ ਸੀ, B ਦਾ ਰਿਲੇਸ਼ਨ A ਨਾਲ ਸੀ 2 ਅਨੁਪਾਤ 3 ਦਾ, B ਦਾ C ਨਾਲ 4 ਅਨੁਪਾਤ 5 ਦਾ। ਇੱਥੇ B 3 ਤੀ, ਇੱਥੇ 4।
ਇੱਕ ਕੁਐਸਚਨ ਵਿੱਚ ਅਲੱਗ-ਅਲੱਗ ਵੈਲਿਊ ਇਹ ਨਹੀਂ ਹੋ ਸਕਦੀ। ਆਪਾਂ ਇਹਨੂੰ ਬਰਾਬਰ ਕਰਨ ਲਈ ਕੀ ਕੀਤਾ, ਇੱਥੇ 4 ਨਾਲ ਗੁਣਾ ਕਰਤਾ, ਇੱਥੇ 3 ਨਾਲ ਗੁਣਾ ਕਰਤਾ। ਆਪਾਂ ਜੇ 4 ਨਾਲ ਇਹਦੇ ਨਾਲ ਗੁਣਾ ਕਰ ਰਹੇ ਹਾਂ, 4 ਨਾਲ ਇਹਦੇ ਨਾਲ ਵੀ ਕਰਨਾ ਪਊਗਾ ਕਿਉਂਕਿ ਰਿਲੇਸ਼ਨ 'ਚ ਨੇ, ਤੇ 3 ਨਾਲ ਇਹਦੇ ਨਾਲ ਗੁਣਾ ਕਰ ਰਹੇ ਹਾਂ ਤਾਂ 3 ਨਾਲ ਇੱਥੇ ਵੀ ਗੁਣਾ ਕਰਨਾ ਪਊ। ਆਪਣਾ ਕਿੰਨਾ ਆ ਗਿਆ, A 8, B 12, C 15। ਇਹ ਤੀ ਥਰਡ ਟਾਈਪ। ਹੁਣ ਤਿੰਨੋਂ ਤਰੀਕੇ ਬੈਸਟ ਨੇ, ਜੋ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਅੱਗੇ ਵਰਤਿਆ ਕਰਨਾ। ਬਾਕੀ ਮੈਂ ਤੁਹਾਨੂੰ ਦੱਸੂਗਾ ਵੀ ਕਿਹੜਾ ਤਰੀਕਾ ਕਿੱਥੇ ਈਜ਼ੀ ਰਹੂਗਾ ਵਰਤਣਾ। ਠੀਕ ਆ, ਅਗਲੀ ਸਲਾਈਡ 'ਤੇ ਆ ਜਾਓ। ਤੇ ਇੱਥੇ ਦੇਖੋ ਇਹ ਕੀ ਦਿਖ ਰਿਹਾ ਤੁਹਾਨੂੰ, ਸਬਸਕ੍ਰਾਈਬ ਦਾ ਆਪਸ਼ਨ। ਜਿਹੜੇ ਬੱਚੇ ਨਵੇਂ ਨੇ ਚੈਨਲ ਨਾਲ ਪਹਿਲੀ ਵਾਰ ਜੁੜ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਕਰ ਦਿਓ। ਠੀਕ ਆ, ਅਗਲਾ ਕੁਐਸਚਨ ਕੀ ਆ, A/B/B/C ABC। ਇਹ ਤੁਹਾਡਾ ਜੀ ਹੋਮਵਰਕ ਆ, ਇਹ ਤੁਸੀਂ ਆਪ ਕਰੋਗੇ, ਇਹ ਬਹੁਤ ਈਜ਼ੀ ਆ। ਠੀਕ ਆ, ਤੇ ਤਰੀਕਾ ਦੱਸਦਾ ਤੁਹਾਨੂੰ ਜੀ, ਇਹਨੂੰ ਥਰਡ ਤਰੀਕੇ ਨਾਲ ਅੱਖਾਂ ਵਿੱਚ ਕਰ ਸਕਦੇ ਹੋ, ਦੇਖ ਲਿਓ ਥਰਡ ਟਾਈਪ ਨਾਲ। ਚਲੋ ਅਗਲਾ ਕੀ ਆ, ਜੇ A/B, ਹੁਣ ਮੈਂ ਤੁਹਾਨੂੰ ਕੀ ਦੱਸਿਆ ਸੀ, ਮੰਨ ਲਓ A/B ਦੇ ਰੱਖਿਆ ਤਾਂ ਆਪਾਂ ਉਹਨੂੰ ਕੀ ਐਵੇਂ ਲਿਖ ਸਕਦੇ ਹਾਂ, A/B। ਕੋਈ ਦਿੱਕਤ ਤਾਂ ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸਿਆ ਠੀਕ ਹੈ ਲਿਖ ਸਕਦੇ। ਇਹ ਕਿੰਨਾ ਦਿੱਤਾ ਹੈ, 2/3 ਤੇ B/C ਇਹ ਦਿੱਤਾ ਹੋਇਆ 5 ਸੌਰੀ ਇੱਥੇ ਦੇਖੋ ਥੋੜੀ ਜਿਹੀ ਗੜਬੜ ਆ, ਇਹਨੂੰ ਸਹੀ ਕਰ ਲਾਂ ਮੈਂ। ਇੱਥੇ ਕੀ ਹੋਊਗਾ, ਇਹ ਬਟੇ ਵਿੱਚ ਹੋਊਗਾ, ਫਰੈਕਸ਼ਨ ਹੋ ਗਈ ਇੱਥੇ। ਠੀਕ ਆ, ਹੋ ਸਕਦਾ ਕਿਤੇ ਕਿਤੇ ਗਲਤੀ ਹੋਵੇ, ਜੋ ਮੈਂ ਤੁਹਾਨੂੰ ਦੱਸ ਦੂੰਗਾ ਜਿੱਥੇ ਜਿੱਥੇ ਗਲਤੀ ਹੋਈ। ਠੀਕ ਆ, ਕੋਈ ਟੈਨਸ਼ਨ ਨਹੀਂ ਲੈਣੀ। ਓਕੇ, ਆ ਜਾਓ ਕੁਐਸਚਨ ਤੇ। ਇਹ ਤੇ ਕੁਐਸਚਨ ਆਪਣਾ A/B B/C ਐਵੇਂ ਦੇ ਰੱਖਿਆ। ਆਪਾਂ ਸੋਲਵ ਕਰਨ ਲਈ ਇਹਨੂੰ ਕੀ ਕਰਾਂਗੇ, ਪਹਿਲਾਂ ਮੈਂ ਤੁਹਾਨੂੰ ਕੰਸੈਪਟ ਦੱਸਦਾ ਵੀ ਇਹਦਾ ਕੰਸੈਪਟ ਕਿਵੇਂ ਹੋਊਗਾ, ਵੀ ਕੰਸੈਪਟ ਦੇ ਤਰੀਕੇ ਨਾਲ ਕਿਵੇਂ ਕਰਾਂਗੇ। ਠੀਕ ਆ, ਬਾਅਦ 'ਚ ਸ਼ਾਰਟਕੱਟ ਵੀ ਦੱਸੂਗਾ ਕਿਵੇਂ ਹੁੰਦਾ ਇਹ। ਹੁਣ ਦੇਖੋ ਆਪਾਂ ਇਹਨੂੰ ਇਹਦੇ ਨਾਲ ਗੁਣਾ ਹੋ ਜੂਗਾ ਨਾ, ਇਹ 3A ਬਰਾਬਰ 2B, ਇਸੇ ਤਰੀਕੇ ਨਾਲ ਇਹ ਵੀ ਹੋ ਜਾਊਗਾ। ਹੁਣ ਮੇਰੀ ਗੱਲ ਸੁਣੋ, ਜੇ 3A ਤੇ 2B ਇਹ ਦੋਨੋਂ ਆਪਸ 'ਚ ਬਰਾਬਰ ਨੇ ਹਨਾ, ਤਾਂ ਕੀ ਮੈਂ ਕਹਿ ਸਕਦਾ ਵੀ ਜੇ 3A x ਦੇ ਬਰਾਬਰ ਆ ਤਾਂ 2B ਇਹ ਵੀ x ਦੇ ਬਰਾਬਰ ਹੋਊਗਾ। ਇੱਥੇ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ। ਠੀਕ ਆ, ਇੰਨੇ ਸਿਆਣੇ ਹੈਗੇ ਹੋ ਸਾਰੇ। ਠੀਕ ਆ, ਅੱਗੇ ਆ ਜਾਓ। ਇੱਥੇ x ਨਹੀਂ ਕੁਛ ਵੀ ਮੰਨ ਸਕਦੇ ਆਪਾਂ, ਭਾਵੇਂ ਮੈਂ ਇੱਥੇ ਕੁਛ ਵੀ 1 ਲੱਖ ਮੰਨ ਲਾਂ, ਕੁਛ ਵੀ ਆਪਾਂ ਚਲੋ x ਮੰਨਦੇ ਹੁੰਦੇ ਹਾਂ, ਤਾਂ ਕਰਕੇ ਵੀ ਆਪਣਾ ਉਹਨੂੰ ਡਿਵਾਈਡ ਕਰਨਾ ਮਲਟੀਪਲਾਈ ਕਰਨਾ ਈਜ਼ੀ ਰਹਿੰਦਾ। ਚਲੋ ਕੋਈ ਛੋਟੀ ਵੈਲੂ ਹੋਰ ਮੰਨ ਲੈਣਾ, 3A ਬਰਾਬਰ 10 ਦੇ ਤਾਂ 2B ਬਰਾਬਰ 10 ਦੇ। ਚਲੋ ਇਹਦੇ ਨਾਲ ਇੱਕ ਹੋਰ ਡਾਊਟ ਤੁਹਾਡਾ ਕਲੀਅਰ ਹੋ ਜੂ ਵੀ ਆਪਾਂ ਕੁਛ ਵੀ ਮੰਨ ਸਕਦੇ ਹੁੰਦੇ ਹਾਂ, ਜ਼ਰੂਰੀ ਨਹੀਂ ਵੀ ਆਪਾਂ x ਨੂੰ ਰਿਜ਼ਿਊਮ ਕਰੀਏ। ਠੀਕ ਆ, ਚਲੋ ਜੇ 3A ਬਰਾਬਰ 10 ਦੇ ਆ ਤਾਂ ਇਹ ਕਿਵੇਂ ਹੋ ਜੂਗਾ, A ਬਰਾਬਰ 10 ਬਟਾ ਕਿੰਨਾ ਹੋ ਜੂਗਾ 3, B ਬਰਾਬਰ 10/2। ਆਪਾਂ ਜੇ ਇਹਨਾਂ ਦਾ ਰੇਸ਼ੀਓ ਕੱਢਣਾ ਹੋਵੇ A/B ਦਾ ਤਾਂ ਕਿਵੇਂ ਹੋ ਜੂਗਾ 10/3 ਤੇ 10/2। ਅੱਛਾ 10/2। ਠੀਕ ਆ, ਹੁਣ ਮੈਂ ਤੁਹਾਨੂੰ ਕੀ ਕਿਹਾ ਸੀ, ਇੱਥੇ ਰੇਸ਼ੀਓ ਫਾਈਂਡ ਕਰਨ ਲਈ ਕੀ ਕਰਨਾ ਆਪਾਂ, ਰਿਮੂਵ ਫਰੈਕਸ਼ਨ ਰਿਮੂਵ ਕਰਨੀ ਆ। ਠੀਕ ਆ, ਆ ਜਾਓ ਫਰੈਕਸ਼ਨ ਰਿਮੂਵ ਕਰਨੀ ਆ ਇੱਥੇ। ਹੁਣ ਫਰੈਕਸ਼ਨ ਰਿਮੂਵ ਕਰਨ ਲਈ ਕੀ ਹੋਊਗਾ, ਆਪਾਂ ਕੀ ਕਰਾਂਗੇ, ਇਨ ਸਾਰਿਆਂ ਨੂੰ ਸੋਲਵ ਕਰਨਾ ਆਉਂਦਾ, ਆਪਾਂ ਹੇਠਲਾ ਕਰਦੇ ਹੁੰਦੇ ਹਾਂ ਐਲਸੀਐਮ। ਇਹ ਕਿੰਨਾ ਹੋ ਜੂਗਾ 6 × 10 ਅਨੁਪਾਤ 6 × 10। ਜਦੋਂ ਇਹਨੂੰ 2 ਨਾਲ ਡਿਵਾਈਡ ਕਰਾਂਗੇ ਇੱਥੇ ਆ ਜੂਗਾ 2, ਇੱਥੇ ਆ ਜੂਗਾ 2, ਇੱਥੇ 2 ਆ ਗਿਆ, ਇੱਥੇ ਆ ਜੂਗਾ 3। ਇਹ ਕੱਟ ਕੇ ਕਿੰਨਾ ਆ ਗਿਆ 3, ਇਹ 2, 10 ਨਾਲ 10 ਕੱਟਿਆ ਗਿਆ। A ਅਨੁਪਾਤ B ਕਿੰਨਾ ਆ ਗਿਆ 2/3। ਕਿੰਨਾ ਆ ਗਿਆ 2/3। ਹੁਣ ਇੱਥੇ ਇਸੇ ਦਾ ਇਹ ਤਾਂ ਹੋ ਗਿਆ ਬੇਸਿਕ ਤਰੀਕਾ, ਜੋ ਕਿ ਆਪਾਂ ਬੇਸਿਕ ਤਰੀਕੇ ਨਾਲ ਕਰ ਰਹੇ ਸੀ ਹੁਣ ਤੱਕ। ਹੁਣ ਇਸ ਦਾ ਸ਼ਾਰਟ ਤਰੀਕਾ ਕੀ ਹੁੰਦਾ, ਮੰਨ ਲਓ ਜਿਵੇਂ A ਦੇ ਸਾਹਮਣੇ, ਜਿਵੇਂ ਆਹ ਦੇਖੋ ਸ਼ਾਰਟ ਤਰੀਕਾ ਕੀ, A ਦੇ ਸਾਹਮਣੇ 2 ਦੇ ਰੱਖਿਆ ਤਾਂ A ਦਾ ਰੇਸ਼ੀਓ ਕੀ ਆ 2, B ਦਾ ਰੇਸ਼ੀਓ 3।
ਜੋ ਸਾਹਮਣੇ ਦੇ ਰੱਖਿਆ ਉਹ ਉਹਦਾ ਰੇਸ਼ੋ ਆ। ਇਸੇ ਤਰੀਕੇ ਨਾਲ ਇੱਥੇ ਦੇਖੋ, ਇੱਥੇ A ਦੇ ਸਾਹਮਣੇ 2, B ਦੇ ਸਾਹਮਣੇ 3, ਕਿਵੇਂ ਹੋ ਜਾਊਗਾ 2:3। ਇਹ ਆ ਸ਼ਾਰਟ ਤਰੀਕਾ। ਬਾਕੀ ਇਹ ਤੀ ਕੰਸੈਪਟ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਮੰਨ ਕੇ ਚੱਲਦਾ ਵੀ ਜੇ ਤੁਹਾਨੂੰ ਬੇਸਿਕ ਪਤਾ ਹੁੰਦਾ ਤਾਂ ਕੰਸੈਪਟ ਤਾਂ ਤੁਸੀਂ ਆਪ ਹੀ ਬਣਾ ਸਕਦੇ ਹੋ, ਕਿਉਂਕਿ ਕੁਐਸਚਨ ਨੂੰ ਕਰਨ ਦੇ ਲੱਖ ਤਰੀਕੇ ਹੁੰਦੇ ਨੇ। ਜੋ ਤੁਹਾਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਕਰੋ। ਕੋਈ ਜ਼ਰੂਰੀ ਨਹੀਂ ਵੀ ਜਿਹੜੇ ਤਰੀਕੇ ਨਾਲ ਮੈਂ ਕਰ ਰਿਹਾ ਉਸੇ ਤਰੀਕੇ ਨਾਲ ਤੁਸੀਂ ਵੀ ਕਰੋ। ਆਪਣੇ ਆਪਣੇ ਨਿਊ ਕੰਸੈਪਟ ਬਣਾਓ, ਜੋ ਤਰੀਕਾ ਤੁਹਾਨੂੰ ਵਧੀਆ ਲੱਗਦਾ ਉਹ ਨਾਲ ਕਰੋ। ਚਲੋ ਹਜੇ ਤਾਂ ਤੁਸੀਂ ਸਮਝ ਰਹੇ ਹੋ, ਸਮਝੋ ਪਹਿਲਾਂ ਧਿਆਨ ਨਾਲ। ਇਹ ਹੋ ਗਿਆ 2:3। ਹੁਣ ਇਸੇ ਤਰੀਕੇ ਨਾਲ BC ਦਾ ਕੱਢ ਲਾਂਗੇ ਆਪਾਂ। ਕਿੰਨਾ BC ਦਾ ਸਾਹਮਣੇ ਕੀ ਦਿੱਤਾ, B ਦੇ 5, C ਦੇ 6, 5:6। ਰੇਸ਼ੀਓ ਕੱਢਣ ਲਈ ਕੀ ਕਰਾਂਗੇ ਆਪਾਂ, B ਨੂੰ ਬਰਾਬਰ ਕਰ ਦਈਏ। ਇੱਥੇ 3, ਇੱਥੇ 5, ਇਹਨੂੰ ਕੀ ਕਰਾਂਗੇ 5 ਨਾਲ ਗੁਣਾ, ਇਹਨੂੰ 3 ਨਾਲ। ਕਿੰਨਾ ਆ ਗਿਆ 10, 15 ਤੇ ਇਹਦਾ 18। ਕਿੰਨਾ ਆ ਗਿਆ 10, 15, 18। ਆਪਸ਼ਨ ਕਿਹੜਾ ਸਹੀ ਆ, B। ਆਪਸ਼ਨ ਕਿਹੜਾ ਸਹੀ ਆ, B। ਹੁਣ ਇਹਨੂੰ ਭਾਵੇਂ ਤੁਸੀਂ ਦੂਜੇ ਤਰੀਕੇ ਨਾਲ ਕਰੋ ਜਾਂ ਪਹਿਲੇ ਤਰੀਕੇ ਨਾਲ, 3 ਤਰੀਕੇ ਇੱਥੇ ਲੱਗਣਗੇ। ਠੀਕ ਆ, ਬਾਕੀ ਕਰਕੇ ਦੇਖ ਲਿਓ, ਦੋਨੇ 3 ਤਰੀਕੇ ਨਾਲ ਕਰਕੇ ਦੇਖਣਾ ਤੁਸੀਂ। ਆ ਜਾਓ ਅਗਲਾ, A/3। ਇਹ ਕਿੰਨਾ ਦਿੱਤਾ ਹੈ 2/3। CB 2/3, ABC ਲੱਭੋ। ਚਲੋ ਇਹ ਹੋਮਵਰਕ ਨਹੀਂ, ਇਹਨੂੰ ਮੈਂ ਕਰਦਾ। ਚਲੋ ਦੇਖੋ ਇੱਥੇ AB ਕਿੰਨਾ ਆ ਜਾਊਗਾ ਆਪਣਾ, ਇਹਦੇ ਸਾਹਮਣੇ ਇਹ 3:4। ਇਸ ਤਰੀਕੇ ਨਾਲ ਇੱਥੇ ਕਿੰਨਾ ਆ ਜਾਊਗਾ, CB 2:3। ਕਿੰਨਾ ਆ ਗਿਆ 2:3। ਹੁਣ ਦੇਖੋ ਦੂਜਾ ਤਰੀਕਾ ਆਪਾਂ ਕੀ ਕਰਾਂਗੇ, ਇਹਨੂੰ ਆਪਾਂ ਕਰ ਸਕਦੇ ਹਾਂ ਬਰਾਬਰ। ਐਵੇਂ ਹੋਊਗਾ ਬਰਾਬਰ, ਸੌਰੀ ਆਪਾਂ ਨੂੰ ਉੱਪਰ ਕਰਨ ਦੀ ਲੋੜ ਹੀ ਨਹੀਂ, ਉੱਪਰ 4 ਆ, ਸਿਰਫ ਹੇਠਾਂ ਆਪਾਂ 4 ਬਣਾਉਣਾ, ਇੱਥੇ 2 ਨਾਲ ਗੁਣਾ ਕਰ ਦਾਂਗੇ। ਅੱਛਾ ਠੀਕ ਆ, ਹੁਣ ਕਿੰਨਾ ਹੋ ਜਾਊਗਾ 3, 4 ਤੇ ਇਹ 6। ਕਿੰਨਾ ਆ ਗਿਆ ਰੇਸ਼ੋ 3:4:6। ਕਿੰਨਾ ਆ ਗਿਆ ਰੇਸ਼ੋ 3:4:6। ਦੇਖੋ ਆਪਸ਼ਨ ਵਿੱਚ ਦੇਖੋ ਕਿਤੇ ਹੈ ਇਹ, ਨਹੀਂ। ਕਿਉਂ ਨਹੀਂ ਹੈ ਆਪਸ਼ਨ ਵਿੱਚ ਇਹ, ਕਿਉਂਕਿ ਆਪਾਂ ਇਹ ਕੁਐਸਚਨ ਗਲਤ ਕੀਤਾ, ਸੋਲਵ ਆਪਾਂ ਗਲਤ ਕੀਤਾ। ਗਲਤੀ ਕੀ ਆ ਇਹ 'ਚ, ਇਸ ਤਰੀਕੇ, ਇਸ ਲਈ ਮੈਂ ਤੁਹਾਨੂੰ ਹੋਮਵਰਕ ਨਹੀਂ ਦਿੱਤਾ। ਗਲਤੀ ਕੀ ਕੀਤੀ ਇੱਥੇ, ਮੈਂ ਤੁਹਾਨੂੰ ਕੀ ਦੱਸਿਆ ਸੀ, ਜੇ B ਤੇ ਖਤਮ ਹੋਵੇ ਤਾਂ B ਤੋਂ ਸਟਾਰਟ ਹੋਣਾ ਚਾਹੀਦਾ, ਕਿਹਾ ਸੀ ਕਿ ਨਹੀਂ। ਇੱਥੇ ਦੇਖੋ B ਤੋਂ ਖਤਮ ਹੋ ਰਿਹਾ, ਸਟਾਰਟ C ਤੋਂ ਹੋ ਰਿਹਾ। ਇਹਨੂੰ ਕੀ ਕਰਨ ਲਈ ਆਪਾਂ ਕੀ ਕਰਾਂਗੇ, ਉਲਟ ਕੇ ਲਿਖ ਦਿਓ ਇਹਨੂੰ, ABC 3:4। B ਨੂੰ ਅੱਗੇ ਲਿਖੋ 3:2। ਹੁਣ ਬਰਾਬਰ ਕਰੋ ਇਹਨਾਂ ਨੂੰ, ਇੱਥੇ 3, ਇੱਥੇ 4, 3 × 9 12 ਤੇ ਇੱਥੇ 8। ਹੁਣ ਦੱਸੋ ਆਇਆ ਸਹੀ ਕਿ ਨਹੀਂ। ਆਪਸ਼ਨ ਕਿਹੜਾ ਸਹੀ ਆ, ਆਪਸ਼ਨ A। ਆਪਸ਼ਨ A। ਇਹ ਗੱਲਾਂ ਧਿਆਨ ਰੱਖਣਾ, ਕਾਹਲੀ ਕਾਹਲੀ ਵਿੱਚ ਬਸ ਗਲਤ ਹੋ ਜਾਂਦਾ, ਤੇ ਜਦੋਂ ਇੱਕ ਵਾਰੀ ਗਲਤ ਕਰਕੇ ਆ ਗਏ ਘਰੇ ਆ ਕੇ ਸਾਨੂੰ ਪਤਾ ਲੱਗਦਾ ਵਾ ਵੀ ਅਸੀਂ ਤਾਂ ਗਲਤ ਕਰਕੇ ਆ ਗਏ। ਬਸ ਇਹੀ ਗੱਲਾਂ ਨੇ ਜਿਨ੍ਹਾਂ ਤੋਂ ਤੁਸੀਂ ਬਚਣਾ, ਜਿੰਨਾ ਬਚਿਆ ਜਾਂਦਾ ਬਚੋ ਇਸੇ ਗੱਲਾਂ ਤੋਂ, ਇਹੀ ਤੁਹਾਡੇ ਨੰਬਰ ਲੈ ਜਾਂਦੇ ਨੇ। ਕਾਹਲੀ ਨਹੀਂ ਕਰਨੀ, ਜੋ ਵੀ ਕਰਨਾ ਧਿਆਨ ਨਾਲ ਕਰਨਾ। ਚਲੋ ਅਗਲੇ ਤੇ ਆ ਜਾਓ। ਜੇ A/B 2:5 ਦੇ ਰੱਖਿਆ, ਬਾਈ ਲੈਂਗੁਏਜ ਆ, ਤੁਸੀਂ ਚਾਹੇ ਅੰਗਰੇਜ਼ੀ ਵਿੱਚ ਵੀ ਪੜ੍ਹ ਸਕਦੇ ਹੋ, ਇੰਗਲਿਸ਼ 'ਚ A/B 2:5, BC ਕਿੰਨਾ ਦਿੱਤਾ ਹੈ 4:3 ਐਂਡ CD 2:1। ACD ਫਾਈਂਡ ACD। ACD ਪਤਾ ਕਰਨਾ, AB 2:5, BC 4:3, CD
2 1। ਇਹਨੂੰ ਵੀ ਤਿੰਨੇ ਤਰੀਕੇ ਨੇ, ਉਹੀ ਤਿੰਨੋਂ ਤਰੀਕੇ ਇੱਥੇ ਵੀ ਲੱਗਣਗੇ। ਕੀ ਕਰਨਾ, ਜੋ ਈਜ਼ੀ ਰਹੂਗਾ ਉਹ ਦੱਸਣਾ ਮੈਂ ਤੁਹਾਨੂੰ। ਸਭ ਤੋਂ ਪਹਿਲਾਂ ਕੀ ਕਰੋ, ਇਹਨੂੰ ਤਿੰਨਾਂ ਨੂੰ ਗੁਣਾ ਕਰੋ, 8 ਦੂਣੀ 16, 4 ਦੂਣੀ 8, 8 ਦੂਣੀ 16, ਠੀਕ ਆ। ਫਿਰ ਉਸ ਤੋਂ ਬਾਅਦ ਨੈਕਸਟ 'ਤੇ ਇਹਨਾਂ ਨੂੰ ਗੁਣਾ ਕਰੋ, 5 ਚੌਕਾ 20 ਅਤੇ 40। ਅਗਲਾ ਸਟੈਪ, ਇਹਨਾਂ ਨੂੰ ਗੁਣਾ ਕਰੋ, 15 ਦੂਣਾ 30। ਪਹਿਲਾਂ ਇਹਨੂੰ ਇਹਦੇ ਨਾਲ ਕਰੋਗੇ, ਫਿਰ ਅੱਗੇ ਇਹਨੂੰ ਇਹਦੇ ਨਾਲ, 30 ਹੋ ਗਿਆ। ਫਿਰ ਉਸ ਤੋਂ ਬਾਅਦ ਲਾਸਟ 'ਤੇ ਇਹਨਾਂ ਨੂੰ ਕਰ ਦਿਓ 15। ਕੀ ਆ ਗਿਆ ਇਹ, A B C D। ਪੁੱਛਿਆ ਕੀ ਗਿਆ ਸੀ, A C D। 16 30 15, ਆਪਸ਼ਨ ਸੀ। ਬਾਕੀ ਸ਼ਿਫਟਿੰਗ ਤਰੀਕੇ ਨਾਲ ਉਹ ਵੀ ਐਵੇਂ ਕਰ ਸਕਦੇ ਹੋ, A B C D ਲਿਖ ਕੇ A ਦੇ ਹੇਠਾਂ A, B ਤੇ B, B ਦੇ ਹੇਠਾਂ B, C ਦੇ ਹੇਠਾਂ C। ਇਸ ਤਰ੍ਹਾਂ D ਤੇ C ਨੂੰ ਲਿਖ ਦਿਓ। ਉਸ ਤੋਂ ਬਾਅਦ ਸ਼ਿਫਟ ਕਰੀ ਜਾਓ, ਇਹਨੂੰ ਜੋ ਜਗ੍ਹਾ ਬਚ ਗਈ ਇਹਨੂੰ ਸ਼ਿਫਟ ਕਰ ਦਿਓ ਅੱਗੇ, 5 5, 4 ਇੱਥੇ 3, ਇੱਥੇ 2 2, ਗੁਣਾ ਕਰੋ, ਕਿੰਨਾ ਆ ਗਿਆ 8, 40 30, ਇੱਥੇ 15। A B C D, ਠੀਕ ਆ। ਕਿੰਨਾ ਆ ਗਿਆ 8 30 15। ਇਹ ਤੀ ਸੈਕਿੰਡ ਟਾਈਪ, ਇਹ ਤੁਹਾਡਾ ਫਸਟ ਤੀ। ਬਾਕੀ ਥਰਡ ਤਰੀਕਾ ਤੁਸੀਂ ਆਪ ਲਾ ਕੇ ਦੇਖ ਲਿਓ, ਉਹਦੇ ਨਾਲ ਵੀ ਸੋਲਵ ਹੋਊਗਾ, ਠੀਕ ਆ। ਚਲੋ ਅਗਲਾ ਦੇਖੋ, ਕਲੀਅਰ ਆ ਇੱਥੇ ਤੱਕ, ਅੱਗੇ ਚੱਲੀਏ। ਦੇਖੋ ਅਗਲਾ, ਅਗਰ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਵਿੱਚ ਜਦੋਂ ਮਰਜ਼ੀ ਦੱਸ ਦਿਓ, ਤੁਹਾਡਾ ਜਵਾਬ ਜ਼ਰੂਰ ਮਿਲੇਗਾ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਾਊਟ ਹੋਵੇ। ਜੇ AB if A and B 2:5, B and C 4:3 and CD 3:2, then what value of ACD। ਇਹ ਬਿਲਕੁਲ ਸੇਮ ਆ ਹੋਮਵਰਕ। ਜੇ ਤੁਹਾਨੂੰ ਹੋਮਵਰਕ ਮਿਲਦਾ ਨਾ ਤਾਂ ਤੁਸੀਂ ਪ੍ਰੈਕਟਿਸ ਵਿੱਚ ਰਹੋਗੇ। ਬਾਕੀ ਤੁਸੀਂ ਅਗਰ ਕਰਕੇ ਨਹੀਂ ਦੇਖਦੇ, ਇੱਕ ਵਾਰੀ ਕਲਾਸ ਦੇਖ ਲਈ, ਕਰਕੇ ਨਹੀਂ ਦੇਖਦੇ, ਤੁਸੀਂ ਕਦੇ ਨਹੀਂ ਸਿੱਖ ਸਕਦੇ। ਜਦੋਂ ਤੱਕ ਤੁਸੀਂ ਆਪ ਮਿਹਨਤ ਨਹੀਂ ਕਰਦੇ ਕੁਛ ਨਹੀਂ ਸਿੱਖ ਸਕਦੇ। ਇਹ ਤੁਹਾਡੀ ਮਿਹਨਤ ਕਰਨ ਲਈ ਆ, ਤੁਸੀਂ ਇਹਨੂੰ ਜ਼ਰੂਰ ਕਰਕੇ ਕਮੈਂਟ ਵਿੱਚ ਦੱਸਣਾ ਵੀ ਆਨਸਰ ਕਿਹੜਾ ਆਉਂਦਾ। ਕੀ ਆ, A ਬਰਾਬਰ 2B and 3। ਇਸੇ ਤਰ੍ਹਾਂ B C D ਕਿੰਨਾ ਦਿੱਤਾ ਹੈ, C ਐਵੇਂ ਲਿਖਿਆ ਹੋਇਆ ਸਿੰਪਲ ਕਰਕੇ। ਹੁਣ ਜੇ ਆਪਾਂ ਇਹਨੂੰ ਕੁਛ ਉਹੀ ਆ 3A, A ਇੱਥੇ ਗੁਣਾ ਹੋ ਜਾਊਗਾ, ਸੋਲਵ ਕਰੋਗੇ ਜਦੋਂ 2B 3B 2C 3C 2B। ਅਗਰ ਮੈਂ ਫਾਸਟ ਚੱਲ ਰਿਹਾ ਹੋਊਗਾ ਤਾਂ ਕਮੈਂਟ ਵਿੱਚ ਦੱਸ ਦਿਓ। ਬਾਕੀ ਮੈਂ ਫਾਸਟ ਹੁਣ ਤਾਂ ਕਰਕੇ ਹੋ ਗਿਆ ਕਿਉਂਕਿ ਮੈਂ ਸਮਝ ਰਿਹਾ ਵੀ ਤੁਹਾਨੂੰ ਬੇਸਿਕਸ ਸਿੱਖ ਸਕੇ ਹੋ ਹੁਣ ਤੱਕ, ਹੁਣ ਤੁਸੀਂ ਫਾਸਟ ਵੀ ਚੱਲ ਸਕਦੇ ਹੋ। ਇਹਦਾ ਰੇਸ਼ੀਓ ਇਹ, ਇਹਦਾ ਇਹ, ਠੀਕ ਆ। ਸਾਹਮਣੇ ਵਾਲਾ ਰੇਸ਼ੀਓ ਹੁਣ ਦੱਸ ਕੇ ਹਟਿਆ, BC 2 3, CD 2 3। ਪਤਾ ਕੀ ਕਰਨਾ, B ਅਤੇ D, B and D। B ਦਾ ਪਤਾ ਕਰਨ ਲਈ ਕੀ ਮੈਂ ਦੱਸਿਆ ਸੀ, ਮੈਂ ਐਵੇਂ ਗੁਣਾ ਕਰੋ, 3 ਦੂਣੀ 6, 6 ਦੂਣੀ 12। ਇਹਦਾ 27। ਕੀ ਇਹ ਰੇਸ਼ੀਓ ਆ ਗਿਆ ਆਪਣਾ, ਨਹੀਂ। ਕਿਉਂ ਨਹੀਂ ਆਇਆ, ਕਿਉਂਕਿ ਮੈਂ ਤੁਹਾਨੂੰ ਕੀ ਦੱਸਿਆ ਸੀ, ਇੱਥੇ ਦੇਖੋ ਕੀ ਦੱਸਿਆ ਸੀ, ਇੱਥੇ ਥਰਡ ਟਾਈਪ ਹੁਣ ਲਿਖੋ। ਥਰਡ ਤਰੀਕਾ ਕੀ ਆ ਪਤਾ ਕਰਨ ਦਾ, ਸਿੰਪਲੈਸਟ ਫਾਰਮ। ਸਿੰਪਲੈਸਟ ਫਾਰਮ ਹੋਣੀ ਚਾਹੀਦੀ ਆ, ਡਿਵਾਈਡ ਕਰਕੇ ਸਿੰਪਲੈਸਟ ਫਾਰਮ ਲਿਆਓ।
ਇੱਥੇ ਕੀ ਦੇ ਰੱਖਿਆ 12:27। ਰੇਸ਼ੀਓ ਕਿਉਂ ਨਹੀਂ ਆਇਆ ਹਜੇ? ਕਿਉਂਕਿ ਹਜੇ ਵੀ ਇਹਨਾਂ ਵਿੱਚੋਂ ਕੱਟਿਆ ਜਾ ਰਿਹਾ। 4 ਤੀਆ 12, 9 ਤੀਆ 27। ਹੁਣ ਰੇਸ਼ੀਓ ਆਇਆ। ਆਪਸ਼ਨ ਕਿਹੜਾ ਸਹੀ ਆ? ਆਪਸ਼ਨ ਸਹੀ ਆ ਸੀ। ਠੀਕ ਆ, ਆਪਾਂ ਰੇਸ਼ੀਓ ਕੱਢਣ ਲਈ ਸਿੰਪਲੈਸਟ ਫਾਰਮ ਕੱਢਣੀ ਆ। ਇਹ ਤਾਂ ਸਮਝ ਕੇ ਤੀ ਜੋ ਸਾਹਮਣੇ ਹੁੰਦਾ ਉਹ ਰੇਸ਼ੀਓ ਆ। ਠੀਕ ਆ, ਅਗਲਾ ਕੁਐਸਚਨ। ਅਗਰ ਡਾਊਟ ਆ ਤਾਂ ਦੱਸ ਦਿਓ ਕਮੈਂਟ ਵਿੱਚ, ਮੈਂ ਸਲੋ ਚੱਲਿਆ ਕਰੂੰਗਾ ਅੱਗੇ ਤੋਂ। ਜੇ ਏ ਬੀ ਸੀ ਡੀ ਬੀ ਅਤੇ ਡੀ, ਇਹ ਤੁਹਾਡਾ ਹੋਮਵਰਕ ਬਿਲਕੁਲ ਸੇਮ ਆ ਉਸੇ ਤਰ੍ਹਾਂ, ਬਸ ਵੈਲਿਊ ਅੱਡ ਆ। 3 ਸੰਖਿਆਵਾਂ, ਇਹ ਬਹੁਤ ਵਧੀਆ ਕੁਐਸਚਨ। ਵਿਦ ਰਿਸਪੈਕਟ ਟੂ ਦਾ 3 ਨੰਬਰਸ A B ਐਂਡ C is 1/3। ਇਹਦੇ ਵਿੱਚ ਆਪਾਂ ਕੀ ਸਿੱਖਾਂਗੇ? ਇਹਦੇ ਵਿੱਚ ਆਪਾਂ ਸਿੱਖਾਂਗੇ ਸ਼ਬਦਾਂ ਨਾਲ ਖੇਡਣਾ। ਅੱਛਾ, ਸ਼ਬਦ ਆਪਾਂ ਨੂੰ ਸਾਰਿਆਂ ਨੂੰ ਪਤਾ, ਪੰਜਾਬੀ ਤਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਆਉਂਦੀ ਆ। ਜੇ ਆਪਾਂ ਮੰਨ ਲਓ ਚਾਹੇ ਪੰਜਾਬੀ ਆ ਚਾਹੇ ਅੰਗਰੇਜ਼ੀ ਆ, ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਮਝਾਂਗੇ ਤਾਂ ਤੁਹਾਨੂੰ ਕੁਐਸਚਨ ਨੂੰ ਸੋਲਵ ਕਰਨਾ ਬਹੁਤ ਈਜ਼ੀ ਰਹੂਗਾ। ਦੇਖੋ ਜਿਵੇਂ ਜਿਵੇਂ ਕੁਐਸਚਨ ਵਿੱਚ ਕਹਿ ਰਿਹਾ ਬਸ ਤੁਸੀਂ ਉਵੇਂ ਉਵੇਂ ਕਰੋ। 3 ਸੰਖਿਆਵਾਂ A B ਅਤੇ C ਦੇ ਸੰਬੰਧ ਵਿੱਚ A B ਦਾ। ਅੱਛਾ, A B ਦਾ ਆਪਾਂ ਬੋਰਡ ਮਾਸ ਪੜ੍ਹਦੇ ਹੁੰਦੇ ਜੀ, ਬੋਰਡ ਮਾਸ ਇਹ ਸਾਰਿਆਂ ਨੇ ਪੜ੍ਹਿਆ ਬੋਰਡ ਮਾਸ। ਉਹਦੇ ਵਿੱਚ ਆਫ ਦਾ ਮਤਲਬ ਕੀ ਹੁੰਦਾ ਸੀ? ਆਫ ਦਾ ਮਤਲਬ ਹੁੰਦਾ ਸੀ ਗੁਣਾ। ਉਹਦਾ ਮਤਲਬ ਆਫ ਹੁੰਦਾ ਸੀ, ਆਫ ਦਾ ਮਤਲਬ ਗੁਣਾ। ਠੀਕ ਹੈ, ਇਹ ਸਭ ਨੂੰ ਪਤਾ। ਇਹ ਕੌਮਾ, ਜਦੋਂ ਆਪਾਂ ਗੱਲ ਨੂੰ ਖ਼ਤਮ ਕਰਦੇ ਹਾਂ ਤਾਂ ਆਪਾਂ ਕੀ ਕਰਾਂਗੇ? ਉੱਥੇ ਰੁਕਦੇ ਹਾਂ ਬਰਾਬਰ। ਉਸ ਤੋਂ ਬਾਅਦ ਬੀ ਦਾ ਮਤਲਬ ਕੀ ਹੁੰਦਾ? ਆਫ, ਇੰਗਲਿਸ਼ ਵਿੱਚ ਆਫ ਤੇ ਪੰਜਾਬੀ ਵਿੱਚ ਦਾ 1/3 ਹੈ। ਦੇਖੋ, ਅੱਖ ਤੁਹਾਡੀ ਸਕਰੀਨ ਤੇ ਹੋਣੀ ਚਾਹੀਦੀ ਆ ਤੇ ਕੰਨ ਮੇਰੀਆਂ ਗੱਲਾਂ ਤੇ। ਜੋ ਵੀ ਮੈਂ ਕਹਿ ਰਿਹਾ ਬਹੁਤ ਧਿਆਨ ਨਾਲ ਸਮਝੋ ਤਾਂ ਤੁਸੀਂ ਸਿੱਖੋਗੇ। ਠੀਕ ਆ, ਬਿਲਕੁਲ ਧਿਆਨ ਰੱਖੋ। ਦਾ ਮਤਲਬ ਕੀ ਹੁੰਦਾ? ਗੁਣਾ। 1/3 ਹੈ। ਇੱਥੇ ਮੈਂ ਤੁਹਾਨੂੰ ਵਰਡ ਸਿਖਾ ਰਿਹਾ, ਵਰਡ ਨੂੰ ਤੁਸੀਂ ਇਕੁਏਸ਼ਨ ਵਿੱਚ ਕਿਵੇਂ ਕਨਵਰਟ ਕਰਨਾ। ਇਹ ਕਰ ਲਿਆ ਆਪਾਂ। ਇਹ ਕਿੰਨਾ ਆ ਗਿਆ? 3A ਤੇ 1B। ਠੀਕ ਆ, ਇੱਧਰ ਜਾ ਕੇ ਗੁਣਾ ਹੋ ਜਾਊਗਾ ਇਹ। ਇਸੇ ਤਰੀਕੇ ਨਾਲ ਅੱਗੇ ਕੀ ਕਰੋਗੇ? ਇਸ ਤਰੀਕੇ ਨਾਲ ਅੱਗੇ ਇਹਨੂੰ ਵੀ ਕਰ ਲਓ ਸੋਲਵ। ਇਹਨੂੰ B C ਦਾ 2/5 5B 2C ਕਿੰਨਾ ਆ ਗਿਆ ਇਹ? ਹੁਣ A ਰੇਸ਼ੀਓ B ਕਿੰਨਾ ਆ ਗਿਆ? 1:3। B ਰੇਸ਼ੀਓ C 2:5। ਕਾਲੀ ਤਾਂ ਨਹੀਂ ਹੋ ਰਹੀ? ਇੱਥੇ ਦੇਖੋ, ਇੱਥੇ 1 ਤੀ, ਇਹਦੇ ਸਾਹਮਣੇ ਇਹ ਤੀ, ਇਹਦਾ ਇਹ। ਠੀਕ ਆ, ਇਹਦਾ ਕੀ ਤੀ? ਇਹ ਸੌਰੀ, ਇਹਦਾ ਕੀ ਤੀ? ਇਹਦਾ ਕੀ ਆ ਗਿਆ? B ਦਾ ਇਹ ਸਾਹਮਣੇ, C ਦਾ ਇਹ ਤੀ। ਇੱਥੇ ਤੱਕ ਹੋ ਗਿਆ। ਹੁਣ ਕੀ ਪੁੱਛਿਆ ਗਿਆ? A ਅਤੇ A + B 46 ਦਿੱਤਾ ਹੋਇਆ। A ਅਤੇ C ਵਿਚਕਾਰ ਅੰਤਰ ਕਿੰਨਾ ਆ ਗਿਆ? ਰੇਸ਼ੀਓ ਆ ਗਿਆ ਆਪਣਾ 2। ਪਹਿਲਾ ਤਰੀਕਾ ਜਿਹੜਾ ਦੱਸਿਆ ਸੀ, ਇਹਨੂੰ ਇਹਦੇ ਨਾਲ ਗੁਣਾ, ਇਹਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ, 6 15। ਅੱਛਾ, ਐਜ਼ਿਊਮ ਕਰੋ ਇੱਥੇ ਵੀ 2 6 15 ਇਹ ਕਿੰਨਾ ਹੋ ਗਿਆ? ਜੇ ਆਪਾਂ ਇਹਨਾਂ ਨੂੰ ਐਡ ਕਰੀਏ 2 6 15 ਇਹ ਕਿੰਨਾ ਬਣਦਾ? 23। ਟੋਟਲ ਆਪਾਂ ਐਜ਼ਿਊਮ ਕਰ ਰਹੇ ਹਾਂ ਵੀ 23 ਆ, ਮੰਨ ਕੇ ਚਲੋ 23, ਬਟ ਐਕਚੁਅਲ 'ਚ ਵੈਲਿਊ ਕਿੰਨੀ ਆ? 46। 23 ਕਿਹਦੇ ਬਰਾਬਰ ਹੋ ਗਿਆ? 46 ਦੇ। 1 ਕਿਹਦੇ ਬਰਾਬਰ ਆ? 2 ਦੇ। A B C ਪੁੱਛਿਆ ਕੀ ਗਿਆ? A ਅਤੇ C ਵਿਚਕਾਰ ਅੰਤਰ ਕਿੰਨਾ ਅੰਤਰ ਆ? 13 ਦਾ। 13 ਕਿਹਦੇ ਬਰਾਬਰ ਹੋਊਗਾ? 13 ਬਰਾਬਰ ਹੋਊਗਾ 6। ਜੇ 1 ਬਰਾਬਰ ਆ 2 ਦੇ, 13 ਬਰਾਬਰ 26 ਦੇ। ਓਕੇ, ਆਪਸ਼ਨ B। ਸੋ ਇੱਥੇ ਇੱਕ ਗੱਲ ਹੋਰ ਦੇਖੋ, ਮੰਨ ਲਓ ਮੈਂ ਤੁਹਾਨੂੰ ਕਹਾਂ ਵੀ ਇੱਥੇ A B ਦੇ ਰੱਖਿਆ 2:3। 5
ए प्लस 2 भी कर लो तो इत्थे 5a माइनस 2 भी। हुण तुसीं इहनूं सॉल्व करोगे तां किवें करोगे 5 गुणा 2 ਅੱਛਾ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਜਦੋਂ ਰੇਸ਼ੀਓ ਕੱਢਦੇ ਹਾਂ ਤਾਂ ਉਹਦੇ ਵਿੱਚੋਂ ਜੋ ਵੀ ਕਾਮਨ ਹੁੰਦਾ ਦੋਨਾਂ ਵਿੱਚੋਂ ਡਿਵਾਈਡ ਕੀਤਾ ਹੁੰਦਾ ਹੈ ਨਾ, ਦੋਨਾਂ ਵਿੱਚੋਂ ਡਿਵਾਈਡ ਕਰਦੇ ਹਾਂ ਤਾਂ ਜੇ ਆਪਾਂ ਐਕਚੁਅਲ 'ਚ ਵੈਲਿਊ ਕੱਢਣੀ ਆ ਤਾਂ ਆਪਾਂ ਕੀ ਕਰਾਂਗੇ ਉਹੀ ਐਕਸ ਨੂੰ ਉਰੇ ਗੁਣਾ ਕਰ ਦਾਂਗੇ 2x 3x ਇੱਥੇ 2x ਹੋ ਜਾਊਗਾ ਠੀਕ ਆ ਪਲੱਸ 2 ਇੱਥੇ 3x ਇਸ ਤਰ੍ਹਾਂ ਅੱਗੇ ਹੋ ਜਾਊਗਾ। ਅੱਗੇ ਕਰਨ ਲਈ ਅੱਗੇ ਦੇਖੋ ਹੁਣ ਇਸ ਤਰ੍ਹਾਂ ਅੱਗੇ 5 2x ਮਾਈਨਸ 2 3x ਇਹਨੂੰ ਜਦੋਂ ਸੋਲਵ ਕਰੋਗੇ ਤਾਂ ਕੀ ਆਊਗਾ 10x ਪਲੱਸ 6x ਰੇਸ਼ੀਓ 10x ਮਾਈਨਸ 6x। ਇਹਦੇ ਨਾਲ ਮੈਂ ਤੁਹਾਨੂੰ ਕੁਛ ਪ੍ਰੂਵ ਕਰਨਾ, ਦੇਖੀ ਚੱਲੋ ਇਹ ਸਮਝੋ ਇਹਨੂੰ 16x ਰੇਸ਼ੀਓ 4x। ਅੱਛਾ ਇੱਕ ਗੱਲ ਦੱਸੋ ਹੁਣ ਇੱਥੇ ਰੇਸ਼ੀਓ ਕੱਢਣ ਲਈ ਕੀ ਕਰਾਂਗੇ ਆਪਾਂ x ਨੂੰ x ਨਾਲ ਕੱਟਤਾ ਅਤੇ ਇੱਥੇ ਰੇਸ਼ੀਓ ਕਿੰਨਾ ਆ ਗਿਆ 4:1 ਠੀਕ ਆ 4:1 ਆ ਗਿਆ। ਹੁਣ ਜੇ ਮੰਨ ਲਓ ਇੱਥੇ ਆਪਾਂ x ਨਾ ਲੈਂਦੇ x ਨੂੰ ਆਪਾਂ ਅਜ਼ਿਊਮ ਹੀ ਨਹੀਂ ਕਰਦੇ ਸੀ ਸਿਰਫ ਆਪਾਂ ਵੈਲਿਊ ਮੰਨ ਕੇ ਚੱਲਦੇ 2 ਅਤੇ 3 x ਨੂੰ ਆਪਾਂ ਨਾ ਅਜ਼ਿਊਮ ਕਰਦੇ ਤਾਂ ਕੀ ਹੋਣਾ ਸੀ ਕਿਵੇਂ ਹੁੰਦਾ ਫਿਰ x ਨੂੰ ਆਪਾਂ ਅਜ਼ਿਊਮ ਨਾ ਕਰਦੇ ਸਾਰੇ ਥਾਵੇਂ x ਕੱਟ ਲਓ ਹੁਣ ਦੇਖੋ x ਕੱਟਿਆ ਗਿਆ ਤਾਂ ਐਵੇਂ ਹੋਣਾ ਸੀ ਕੁਛ ਜਦੋਂ x ਕੱਟੇ ਹੀ ਜਾਣਾ ਤਾਂ ਉਹਨੂੰ ਅਜ਼ਿਊਮ ਕਰਕੇ ਆਪਾਂ ਕਿਉਂ ਲਈਏ ਮਾਈਂਡ 'ਤੇ ਲੋਡ ਕਿਉਂ ਲੈ ਕੇ ਚੱਲੀਏ। ਮੇਰਾ ਕਹਿਣ ਦਾ ਮਤਲਬ ਆ ਵੀ ਜਿੰਨਾ ਤੁਸੀਂ ਸਿੰਪਲ ਰੱਖ ਕੇ ਚੱਲ ਸਕਦੇ ਹੋ ਹਮੇਸ਼ਾ ਇਕੁਏਸ਼ਨ ਨੂੰ ਸਿੰਪਲ ਰੱਖ ਕੇ ਚੱਲਿਆ ਕਰੋ x ਅਜ਼ਿਊਮ ਨਾ ਕਰਿਆ ਕਰੋ। ਜਦੋਂ ਆਪਾਂ ਕੰਪੈਰੀਜ਼ਨ ਕਰਨਾ ਡਿਵਾਈਡ ਵਿੱਚ ਪਤਾ ਤੁਹਾਨੂੰ ਕਿ ਡਿਵਾਈਡ ਵਿੱਚ ਆਉਣਾ x ਹਮੇਸ਼ਾ ਜਦੋਂ ਡਿਵਾਈਡ ਵਿੱਚ ਜਿਵੇਂ ਡਿਵਾਈਡ ਵਿੱਚ ਆਉਣਾ ਤਾਂ x ਨਾਲ x ਕੱਟਿਆ ਜਾਊਗਾ। ਉਹ ਅੱਡ ਗੱਲ ਆ ਵੀ ਜਦੋਂ ਆਪਾਂ ਗੁਣਾ ਕਰਾਂਗੇ ਜਿਵੇਂ 2x ਮੰਨ ਲਓ ਤੁਸੀਂ ਦਿੱਤਾ ਹੋਇਆ ਸੀ ਇੱਥੇ ਕਿੰਨਾ ਦਿੱਤਾ ਹੋਇਆ ਸੀ ਇੱਥੇ ਦੇ ਰੱਖਿਆ ਸੀ 2:3 ਜਦੋਂ ਇਹਨਾਂ ਨੂੰ ਗੁਣਾ ਕਰਾਂਗੇ 2 ਅਤੇ 3 ਨੂੰ ਰੇਸ਼ੀਓ ਨੂੰ ਗੁਣਾ ਕਰਾਂਗੇ ਤਾਂ ਕਿੰਨਾ ਆ ਗਿਆ 6 ਕੀ ਇਹ ਸਹੀ ਆ ਇਹ ਗਲਤ ਆ। ਆਪਾਂ ਜਦੋਂ ਗੁਣਾ ਕਰਾਂਗੇ ਉਦੋਂ ਕੀ ਕਰਨਾ ਆਪਾਂ ਉਦੋਂ x ਨੂੰ ਅਜ਼ਿਊਮ ਕਰਨਾ ਕਿਉਂ ਕਰਨਾ ਉਹ ਦੇਖੋ ਜਦੋਂ ਤੁਸੀਂ ਗੁਣਾ ਕਰਦੇ ਹੋ ਤਾਂ 2 ਅਤੇ 3 ਨੂੰ ਸਿੱਧਾ ਗੁਣਾ ਕਰਾਂਗੇ 6 ਆ ਜਾਊਗਾ 2x ਐਂਡ 3x ਜਦੋਂ ਗੁਣਾ ਕਰਾਂ ਕਿੰਨਾ ਆਊਗਾ 6x ਸਕੁਅਰ ਇਹ ਆ ਤੁਹਾਡਾ ਸਹੀ ਕਿਉਂਕਿ x ਨਾਲ x ਨੂੰ ਗੁਣਾ ਕਰੋਗੇ x ਸਕੁਅਰ ਹੋ ਜਾਊਗਾ। ਜਦੋਂ ਆਪਾਂ ਡਿਵਾਈਡ ਕਰਦੇ ਉਦੋਂ ਕੱਟਿਆ ਜਾਂਦਾ ਪਰ ਗੁਣਾ 'ਚ ਤਾਂ ਨਹੀਂ ਕੱਟਿਆ ਜਾਊਗਾ। ਜਦੋਂ ਆਪਾਂ ਗੁਣਾ ਕਰਾਂਗੇ ਉਦੋਂ ਆਪਾਂ ਨੂੰ x ਮੰਨ ਕੇ ਚੱਲਣਾ ਜਦੋਂ ਡਿਵਾਈਡ ਕਰਾਂਗੇ ਉਦੋਂ ਨਹੀਂ ਆਪਾਂ x ਮੰਨ ਕੇ ਚੱਲਣਾ ਠੀਕ ਆ। ਬਸ ਇਹ ਕਹਿਣਾ ਸੀ ਮੈਂ ਇਹ ਸਮਝਾਉਣਾ ਸੀ ਜੋ ਕਿ ਮੇਰਾ ਉਮੀਦ ਆ ਮੈਨੂੰ ਤੁਸੀਂ ਸਮਝ ਕੇ ਹੋਵੋਗੇ। ਇਸੇ ਤਰ੍ਹਾਂ ਇੱਥੇ ਆਪਾਂ x ਕਿਉਂ ਨਹੀਂ ਮੰਨਿਆ ਕਿਉਂਕਿ ਜੇ ਆਪਾਂ x ਨੂੰ ਮੰਨਦੇ 23x ਜੇ ਇੱਥੇ ਆਪਾਂ ਸਾਰੇ ਥਾਵੇਂ x ਮੰਨਦੇ 6x 23x ਬਰਾਬਰ ਆ 46 ਦੇ 23x ਕਿਹਦੇ ਬਰਾਬਰ ਹੋ ਗਿਆ 46 ਦੇ x ਕਿੰਨਾ ਆ ਗਿਆ 2 ਹੁਣ 13x ਦੀ ਆ ਇੱਥੇ 2 ਨਾਲ ਇਹਦੇ ਨਾਲ ਗੁਣਾ ਕਰਤੀ ਕਿੰਨਾ ਹੋ ਗਿਆ 26 ਇਹ ਸੀ। ਜਦੋਂ ਆਪਾਂ ਡਿਵਾਈਡ ਕਰਨਾ x ਨੂੰ ਆਪਾਂ ਭਾਵੇਂ ਮੰਨੀਏ ਚਾਹੇ ਨਾ ਉਹਦੇ ਨਾਲ ਕੁਛ ਨਹੀਂ ਫਰਕ ਪੈਂਦਾ x ਨਾਲ x ਕੱਟਿਆ ਜਾਊਗਾ ਬਟ ਜਦੋਂ ਗੁਣਾ ਕਰਨੀ ਆ ਉਦੋਂ ਤੁਸੀਂ x ਮੰਨਣੀ ਆ ਠੀਕ ਆ। ਇਹ ਸਮਝਾਉਣਾ ਸੀ ਮੈਂ ਤੁਹਾਨੂੰ ਸਮਝ ਗਏ ਹੁਣ ਤੱਕ ਕਲੀਅਰ ਆ ਡਾਊਟ ਆ ਤਾਂ ਕਮੈਂਟ ਵਿੱਚ ਛੱਡ ਦਿਓ ਓਕੇ। ਇਹ ਬਿਲਕੁਲ ਸੇਮ ਆ ਇਹ ਤੁਹਾਡਾ ਹੋਮਵਰਕ। ਨੈਕਸਟ ਕੁਐਸਚਨ ਜੇ ਏ ਬੀ ਬਿਲਕੁਲ ਬਸ ਉਹੀ ਆ ਗਿਆ ਜੋ ਮੈਂ ਤੁਹਾਨੂੰ ਸਮਝਾ ਕੇ ਹਟਿਆ। ਦੇਖੋ ਇੱਥੇ ਦੇਖੋ x a ਅਨੁਪਾਤ b 5:3 ਦੇ ਰੱਖਿਆ ਠੀਕ ਆ। ਹੁਣ ਜੇ ਆਪਾਂ ਇਹਨੂੰ ਆਪਾਂ ਨੂੰ ਪਤਾ ਜਦੋਂ ਆਪਾਂ ਡਿਵਾਈਡ ਕਰਦੇ ਹਾਂ ਤਾਂ ਆਪਾਂ ਕੁਛ ਜੋ ਕਾਮਨ ਹੁੰਦਾ ਉਹਨੂੰ ਕੱਟਦੇ ਹਾਂ। ਮੰਨ ਲਓ ਦੋਨਾਂ ਵਿੱਚ ਕਾਮਨ ਕੀ ਤੀ x ਅਜ਼ਿਊਮ ਕਰੋ x ਕਾਮਨ ਤੀ ਇਹ ਆ ਐਕਚੁਅਲ ਵੈਲਿਊ
ठीक है। हुण 8 ए ਦੇ ਥਾਂ ਆਪਾਂ ਕੀ ਲਿਖਾਂਗੇ 5x ਮਾਈਨਸ b ਕਿੰਨਾ 3x ਰੇਸ਼ੀਓ ਕਿੰਨਾ ਆ ਗਿਆ ਰੇਸ਼ੀਓ 8 ए ਕਿੰਨਾ ਦੇ ਰੱਖਿਆ 5x प्लस 3x b कितना 3x। चलो जी हम अगे इनू सॉल्व करो। जो सॉल्व करोगे तो 8 5 40x माइनस 15x 40x प्लस 15x ये कितना आ गया 25x इत्थे 55x x नाल x डिवाइड हो जूगा तो 5 इत्थे 11 5 अनुपात 11। हुण इत्थे देखो हुण कोई फायदा होया x नूं लैके चलण दा इत्थे तक जो x नाल x कट्टिया ही जाना तो x नूं आपां क्यों अज्यूम करिए क्यों लोड लैके चलीए। हुण जे आपां सिंपल इनू सॉल्व करदे 8 ये कितना दे रखा 5 माइनस 5 3 इत्थे 8 5 प्लस 5 3 40 15 40 15 25 ते 55 5 अनुपात 11 कितना आ गया 5 अनुपात 11 आंसर ऑप्शन सी। कोई फर्क पिया नहीं। बस एक गल क्लीयर रखो जो तुसी डिवाइड करना एक्स नूं डिवाइड करना तो तुसी कदे भी एक्स नूं अज्यूम ही नहीं करना। जो तुहानूं रेशियो दे रखा बस उही रेशियो नूं एक्चुअल वैल्यू मान के चलो। आंसर दे विच कोई फर्क नहीं पऊगा। ठीक है ये बिल्कुल सेम आ ये तुहाडा होमवर्क। नैक्सट की आ जे ए अनुपात ब्रैकेट बी प्लस सी 3 9 सी अनुपात ए बी 10 14 बी अनुपात ए प्लस सी पता करो। अच्छा ये दे रखा एवें ए अनुपात बी प्लस सी कितना 3 अनुपात 9 सी ए प्लस बी 10 अनुपात 14। ये सारा कुछ बेसिक आ बट मेरा तरीका की है मैं बेसिक तुहानूं क्वेश्चन दे नाल ही दसदा। मेरा तरीका अड्डा मैं तुहानूं बेसिक पहला इन्ने सारे क्वेश्चन एवें एग्जाम्पल दे के नहीं समझाता मैं तुहानूं क्वेश्चन नाल समझाउणा हुंदा। हुण देखो अच्छा इन्हां नूं ऐड करन ते आपां इहनूं ऐड करिए किन्ना बनदा भला ये दसो 12 इन्हां नूं ऐड करन ते 24। अच्छा ठीक आ हुण ये क्यों कीता इत्थे देखो करन दा रीजन की थी आपां ए बी सी नूं ऐड किया कितना बनिया 12 सी ए बी नूं ऐड किया 24। अच्छा देखो इत्थे ध्यान नाल इत्थे ए बी सी इत्थे भी ए बी सी आ सी ए बी कह सकदा भी इत्थे ए बी सी हुआ ते भावें पुट्ठा करके एवें लिखिया अगे पिछे लिखिया बट है तो ए बी सी आ। अच्छा ए बी सी इत्थे 12 दे रखा इत्थे ए बी सी 24 दे रखा ये किवें हो सकदा जां तां 12 हो जां 24 हो। ठीक आ इनू बराबर कर लिए की कहोगे इनू दोना गुणा कर दिए आपां। अच्छा हाँ दोना गुणा करन ते 24 हो जाऊगा। अच्छा मैं तुहानूं की कहा जे दोना गुणा करोगे इनू हाँ दोना इनू भी तो गुणा करना पऊ ए नूं क्योंकि ये भी रिलेशन च आ जे इनू नहीं गुणा करोगे अगला कोठे तो छाल मारदा करना पऊगा। हुण कितना हो जाऊगा ये हो जाऊगा 6 अनुपात 18 हेठां कितना 10 अनुपात 14 ए सी बी प्लस सी ये कितना थी ए प्लस बी। ठीक है हम हो गया ना 24 24 ये भी 24 24 बराबर हो गए। ए कितना आ गया ए बी सी ए आ गया 6 सी 10 6 ते 10 16 टोटल कितना 24 24 दे विचों 16 माइनस करांगे
ਕੀ ਬਚਿਆ ਸਿਰਫ ਬੀ, ਕਿੰਨਾ 8। ਪੁੱਛਿਆ ਕੀ ਗਿਆ ਬੀ ਏ ਪਲੱਸ ਸੀ, ਬੀ ਕਿੰਨਾ 8 ਅਨੁਪਾਤ ਏ ਪਲੱਸ ਸੀ ਕਿੰਨਾ 16, ਅਨੁਪਾਤ ਕਿੰਨਾ ਆਇਆ 1 ਅਨੁਪਾਤ ਬੀ, 1 ਅਨੁਪਾਤ 2। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਪਾਂ ਇਹਨੂੰ ਐਵੇਂ ਵੀ ਲਿਖ ਸਕਦਾ, ਇਹ ਵੀ ਕੰਪੈਰੀਜ਼ਨ ਹੁੰਦਾ। ਕਿਹੜਾ ਸਹੀ ਆ ਆਪਸ਼ਨ ਨੰਬਰ ਸੀ। ਡਾਊਟ ਤਾਂ ਨਹੀਂ ਕੋਈ? ਇਹ ਵੀ ਬਿਲਕੁਲ ਸੇਮ ਆ ਜਿਹੜਾ ਹੁਣ ਕੀਤਾ ਆਪਾਂ। ਇਹ ਤੀ ਤੁਹਾਡਾ ਹੋਮਵਰਕ। ਆਜੋ ਅਗਲੇ ਤੇ ਸਬਸਕ੍ਰਾਈਬ ਕਰ ਲਿਓ। ਨੈਕਸਟ ਕੁਐਸਚਨ ਦੇਖੋ, ਜੇ ਕਿਸੇ ਸੰਖਿਆ ਦਾ 50% ਦੂਜੀ ਸੰਖਿਆ ਦੇ ਬਰਾਬਰ ਹੈ ਤਾਂ ਉਹਨਾਂ ਦਾ ਅਨੁਪਾਤ, ਜੇ ਕਿਸੇ ਸੰਖਿਆ ਦਾ 50% ਦੂਜੀ ਸੰਖਿਆ ਦੇ ਬਰਾਬਰ ਹੈ। ਅੱਛਾ ਜੀ, ਅੱਛਾ ਮੰਨ ਲਓ ਮੇਰੀ ਸੰਖਿਆ ਏ ਬੀ ਕੁਛ ਮੰਨ ਲਓ ਐਕਸ ਮੰਨ ਲਓ, ਜੇ ਕਿਸੇ ਸੰਖਿਆ ਦਾ 50 ਐਕਸ ਦਾ 50%, ਦਾ ਮਤਲਬ ਕੀ ਹੁੰਦਾ ਗੁਣਾ, ਦੱਸ ਕੇ ਹਟਿਆ 50। ਅੱਛਾ ਪਰਸੈਂਟ ਦਾ ਮਤਲਬ ਕੀ ਹੁੰਦਾ ਇਹ ਦੱਸੋ, ਪਤਾ ਕਿਵੇਂ ਕਿਸ ਨੂੰ? ਪਰਸੈਂਟ ਦਾ ਮਤਲਬ ਕੀ ਹੁੰਦਾ ਪ੍ਰਤੀਸ਼ਤ, ਪ੍ਰਤੀਸ਼ਤ ਦਾ ਮਤਲਬ ਹੁੰਦਾ ਪ੍ਰਤੀ ਦਾ ਮਤਲਬ ਹੁੰਦਾ ਪ੍ਰਤੀ, ਸੱਤ ਦਾ ਮਤਲਬ 100, ਪ੍ਰਤੀ 100 ਤੇ ਜਿੰਨਾ। ਅੱਛਾ ਜੇ 100 ਨੂੰ ਆਪਾਂ ਇਹਦਾ ਮਤਲਬ ਇਹੀ ਹੁੰਦਾ, ਪ੍ਰਤੀਸ਼ਤ ਨੂੰ ਆਪਾਂ ਹੇਠਾਂ ਹੀ ਲਿਖਦੇ ਹਾਂ, ਜੇ ਇਹਨੂੰ ਆਪਾਂ ਚੱਕ ਕੇ ਉੱਪਰ ਐਵੇਂ ਲਿਖ ਦਿੰਦੇ ਹਾਂ ਇਹ ਪ੍ਰਤੀਸ਼ਤ ਹੋ ਜਾਂਦਾ, ਹੁੰਦਾ ਇਹ 100 ਆ। ਜਿੱਥੇ ਤੁਹਾਨੂੰ ਪ੍ਰਤੀਸ਼ਤ ਦਿਖੇ ਉਹਨੂੰ ਹਮੇਸ਼ਾ 100 ਦੇਖਣਾ ਵੀ ਤੁਸੀਂ 100 ਆ। ਇਹ ਐਕਸ ਕਿੰਨਾ 50%, ਪ੍ਰਤੀਸ਼ਤ ਨੂੰ ਆਪਾਂ ਹੇਠਾਂ ਲਿਆਏ ਕਿੰਨਾ ਹੋ ਗਿਆ 100, ਦੂਜੀ ਸੰਖਿਆ ਦੇ ਬਰਾਬਰ ਹੈ। ਦੂਜੀ ਸੰਖਿਆ ਮੰਨ ਲਓ ਵਾਈ ਮੰਨ ਲਓ, ਇਹ ਕਿੰਨਾ ਹੋ ਗਿਆ 1/2। ਕਿਵੇਂ ਹੋ ਜੂਗਾ ਇਹ ਜਾ ਕੇ ਇੱਧਰ ਗੁਣਾ ਹੋ ਜੂਗਾ, ਤੁਹਾਨੂੰ ਦੱਸ ਕੇ ਟਾਈਮ ਜੋ ਸਾਹਮਣੇ ਹੋਊਗਾ ਉਹਦਾ ਰੇਸ਼ੀਓ ਆ 2:1। ਰੇਸ਼ੀਓ ਕਿਹੜਾ ਸਹੀ ਆ ਆਪਸ਼ਨ ਬੀ। ਬਾਕੀ ਪ੍ਰਤੀਸ਼ਤ ਦੇ ਵਿੱਚ ਆਪਾਂ ਸਿੱਖਾਂਗੇ ਇਹਨਾਂ ਸਾਰਿਆਂ ਨੂੰ, ਇਹ ਤਾਂ ਬਸ ਅੱਖਾਂ ਵਿੱਚ ਦੇਖ ਕੇ ਦੱਸ ਦਿਆ ਕਰਾਂਗੇ 1/2 ਆ 1/5 ਆ, ਬਾਕੀ ਆਪਾਂ ਸਿੱਖਾਂਗੇ ਅੱਗੇ ਕੋਈ ਨਾ, ਤੁਸੀਂ ਜੁੜੇ ਰਹੋ ਨਾਲ, ਟੈਨਸ਼ਨ ਨਾ ਕਰੋ, ਸਭ ਸਿੱਖਾਂਗੇ ਆਪਾਂ। ਚਲੋ ਅਗਲਾ ਕੁਐਸਚਨ ਕੀ ਆ, ਜੇ ਕਿਸੇ ਸੰਖਿਆ ਦਾ 60%, ਬਿਲਕੁਲ ਸੇਮ ਹੋਮਵਰਕ। ਪਹਿਲੀ ਸੰਖਿਆ 1/2 ਦੂਜੀ ਸੰਖਿਆ ਦੇ 1/4 ਦੇ ਬਰਾਬਰ ਹੈ, ਇਹ ਵੀ ਸੇਮ ਆ, ਬਟ ਚਲੋ ਇਹਨੂੰ ਦੇਖ ਲੈਂਦੇ ਆਪਾਂ। ਮੰਨ ਲਓ ਪਹਿਲੀ ਸੰਖਿਆ ਕੀ ਆ, ਅਜ਼ਿਊਮ ਕਰ ਲਓ ਕੁਛ ਵੀ, ਏ ਮੰਨ ਲਓ, ਚਲੋ ਏ ਦਾ ਮਤਲਬ ਗੁਣਾ 1/2। ਇਹ ਤੁਹਾਨੂੰ ਮੈਂ ਵਰਡ ਸਿਖਾ ਰਿਹਾ, ਵਰਡ ਨੂੰ ਕਿਵੇਂ ਸੋਲਵ ਕਰਨਾ, ਠੀਕ ਆ, ਧਿਆਨ ਨਾਲ ਦੇਖੀ ਚੱਲੋ ਬਸ। ਦੂਜੀ ਸੰਖਿਆ ਬੀ ਮੰਨ ਲਓ, ਬੀ ਦੇ 25%, 25% ਦਾ ਮਤਲਬ ਆਪਾਂ ਪਰਸੈਂਟੇਜ ਦੇ ਵਿੱਚ ਸਿੱਖਾਂਗੇ 1/4 ਹੁੰਦਾ। ਪਰਸੈਂਟ ਆ ਇਹ, ਜਦੋਂ ਆਪਾਂ ਇਹਦੇ ਹੇਠਾਂ ਪੁਆਇੰਟ ਨੂੰ ਹਟਾਉਣ ਲਈ 100 ਲੱਗ ਜੂਗਾ, ਇਹ ਕੀ ਹੋ ਗਿਆ 25% ਹੋ ਗਿਆ। ਚਲੋ ਇਹ ਤਾਂ ਇਹਨੂੰ ਐਵੇਂ ਮੰਨ ਕੇ ਚਲੋ 25, ਇਹਨੂੰ 2 ਜ਼ੀਰੋ ਹਟਾਉਣ ਲਈ ਹੇਠਾਂ 100 ਲੱਗ ਗਿਆ, 1/4 ਆ ਗਿਆ। ਇਹ ਇੱਧਰ ਗੁਣਾ ਹੋ ਜੂਗਾ, ਇਹ ਇੱਧਰ ਗੁਣਾ ਹੋ ਜੂਗਾ, ਭਾਵੇਂ ਪਹਿਲਾਂ ਡਿਵਾਈਡ ਕਰ ਲਓ 1 ਤੇ 2, 2A ਬਰਾਬਰ 1B, ਏ ਬੀ ਕਿੰਨਾ ਆ ਗਿਆ 1:2, 1:2। ਆਂਸਰ ਕਿਹੜਾ ਸਹੀ ਆ, ਆਂਸਰ ਡੀ। ਠੀਕ ਹੈ ਇਹ ਨਹੀਂ, ਕਿਉਂ ਨਹੀਂ ਸਹੀ, ਇੱਥੇ ਦੇਖੋ ਪਹਿਲੀ ਸੰਖਿਆ ਵਿਚਕਾਰ ਦੂਜੀ ਸੰਖਿਆ ਅਤੇ ਪਹਿਲੀ ਸੰਖਿਆ ਵਿਚਕਾਰ ਅਨੁਪਾਤ ਕੀ ਹੋਵੇਗਾ। ਇੱਥੇ ਕੀ ਪੁੱਛਿਆ, ਪਹਿਲਾਂ ਦੂਜੀ ਸੰਖਿਆ ਦੱਸਣੀ ਆ ਫਿਰ ਪਹਿਲੀ ਸੰਖਿਆ। ਇਹ ਗੱਲਾਂ ਧਿਆਨ ਰੱਖਣਾ, ਤੁਸੀਂ ਹਮੇਸ਼ਾ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ, ਫਿਰ ਉਸ ਤੋਂ ਬਾਅਦ ਜਵਾਬ ਦੇਣ ਦੀ ਕਾਹਲੀ ਕਰੋ। ਪਹਿਲਾਂ ਕੀ ਲਿਖਣਾ, ਪਹਿਲਾਂ B ਨੂੰ ਫਿਰ A ਨੂੰ, 2:1। ਆਪਸ਼ਨ ਕਿਹੜਾ ਸਹੀ ਆ, ਆਪਸ਼ਨ ਨੰਬਰ A। ਜਿਵੇਂ ਪੁੱਛਿਆ ਗਿਆ ਉਵੇਂ ਕਰੋ, ਧੱਕਾ ਬਿਲਕੁਲ ਨਹੀਂ ਚੱਲਣਾ, ਨਹੀਂ ਧੱਕਾ ਤੁਹਾਡੇ ਨਾਲ ਐਗਜ਼ਾਮੀਨਰ ਕਰ ਦੂਗਾ, ਫਿਰ ਤੁਹਾਨੂੰ ਪਤਾ ਹੀ ਅੱਗੇ ਕੀ ਹੋਊਗਾ। ਚਲੋ ਅਗਲਾ ਕੁਐਸਚਨ ਕੀ ਹੈ ਨਾ, ਪਹਿਲੀ ਸੰਖਿਆ 1/2 ਦੂਜੀ ਸੰਖਿਆ ਐਵੇਂ ਬਿਲਕੁਲ ਸੇਮ। ਇਹ ਹੋਮਵਰਕ ਇੱਕ ਪਿੰਡ ਵਿੱਚ ਦੇਖੋ, ਇਹ ਦੇਖੋ the ratio of literate pupil and illiterate pupil in a village ratio 9 if the number of literate pupil in the village 25/6, then what is the total number of illiterate pupil in the village। ਇੱਕ ਪਿੰਡ ਵਿੱਚ ਪੜ੍ਹੇ ਲਿਖਿਆ ਤੇ ਲੋਕ ਇੱਥੇ ਦਿੱਤਾ ਹੋਇਆ
ਪੜ੍ਹੇ ਲਿਖੇ ਮੰਨ ਲਓ ਆਪਾਂ ਉਹਨਾਂ ਨੂੰ ਲਿਟਰੇਟ ਐਲ ਮੰਨ ਕੇ ਚੱਲਦੇ ਹਾਂ, ਇਲ ਲਿਟਰੇਟ IL, ਅਨਪੜ੍ਹ ਨੂੰ IL ਮੰਨ ਕੇ ਚੱਲਾਂਗੇ, ਠੀਕ ਆ। ਲਿਟਰੇਟ ਪੀਪਲਾਂ ਦਾ ਅਨੁਪਾਤ ਕਿੰਨਾ, ਲਿਟਰੇਟ ਦਿੱਤਾ ਹੋਇਆ 8 ਤੇ ਇਲਿਟਰੇਟ 9। ਅਜ਼ਿਊਮ ਕਰੋ ਵੀ ਜਿਹੜੇ ਪੜ੍ਹੇ ਲਿਖੇ ਨੇ ਉਹ 8 ਨੇ ਤੇ ਜਿਹੜੇ ਅਨਪੜ੍ਹ ਨੇ ਉਹ 9 ਨੇ। ਆਪਾਂ ਕੁਛ ਨਹੀਂ ਲੈਣਾ ਹਜੇ ਕਿਸੇ ਤੋਂ, ਮੈਂ ਤਾਂ ਮੰਨ ਕੇ ਚੱਲ ਰਿਹਾ ਵੀ ਉਹ 8 ਨੇ ਪੜ੍ਹੇ ਲਿਖੇ ਤੇ ਜਿਹੜੇ ਅਨਪੜ੍ਹ ਨੇ ਉਹ 9 ਨੇ। ਜੇ ਪਿੰਡ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ 256 ਹੈ। ਅੱਛਾ, ਅਸੀਂ ਅਜ਼ਿਊਮ ਕੀਤਾ ਤੀ ਵੀ 8 ਜਿਹੜੇ ਪੜ੍ਹੇ ਲਿਖੇ ਨੇ ਉਹ 8 ਨੇ, ਬਟ ਗਿਵਨ ਵੈਲਿਊ ਜਿਹੜੀ ਐਕਚੁਅਲ ਆ ਉਹ ਕਿੰਨੀ ਆ 256। ਫਿਰ ਸਾਡਾ 8 ਕਿਹਦੇ ਬਰਾਬਰ ਹੋਇਆ, 8 ਬਰਾਬਰ ਹੋਇਆ 256 ਦੇ। ਤਾਂ ਫਿਰ ਪਿੰਡ ਵਿੱਚ ਅਨਪੜ੍ਹ ਲੋਕਾਂ ਦੀ ਕੁੱਲ ਗਿਣਤੀ, ਅਨਪੜ੍ਹ ਲੋਕ ਕਿੰਨੇ ਨੇ, 9 ਨੇ। ਅੱਛਾ, ਹੁਣ ਜੇ ਆਪਾਂ 8 256 ਦੇ ਬਰਾਬਰ ਆ ਤਾਂ 9 ਕਿਹਦੇ ਬਰਾਬਰ ਹੋਊਗਾ, 9 ਬਰਾਬਰ ਹੋਊਗਾ 288 ਦੇ। ਦੇਖੋ ਕਿਵੇਂ, ਇੱਥੇ ਹੋ ਜਾਊਗਾ 3 ਜਾਂ 24 ਤੇ 2। ਅੱਛਾ, ਅਗਰ ਤੁਹਾਨੂੰ ਇੱਥੇ ਇਹ ਪਤਾ ਹੁੰਦਾ ਵੀ ਡਿਵੀਜ਼ਿਬਿਲਿਟੀ ਰੂਲ ਬਾਰੇ ਪਤਾ ਹੁੰਦਾ ਵੀ ਡਿਵਾਈਡ ਕਿਵੇਂ ਹੁੰਦਾ, 9 ਨਾਲ ਡਿਵੀਜ਼ਿਬਿਲਿਟੀ ਰੂਲ ਪਤਾ ਹੁੰਦਾ ਤਾਂ ਤੁਹਾਨੂੰ ਇਹ ਸੋਲਵ ਹੀ ਨਹੀਂ ਕਰਨਾ ਸੀ, ਤੁਸੀਂ ਅੱਖਾਂ ਵਿੱਚ ਦੱਸ ਦਿੰਦੇ ਵੀ ਕਿਹੜਾ ਆਨਸਰ ਆ। ਕਿਉਂਕਿ ਡਿਵੀਜ਼ਿਬਿਲਿਟੀ ਰੂਲ ਤੁਹਾਨੂੰ ਪਤਾ ਹੀ ਆ ਵੀ ਜੇ ਇੱਥੇ 9 ਦਿੱਤਾ ਹੋਇਆ ਤਾਂ ਇਹਦਾ ਮਤਲਬ ਕੀ ਆ ਵੀ 9 ਦੀ ਗੁਣਾ ਹੋਈ ਆ ਵਿੱਚ। ਡਿਵੀਜ਼ਿਬਿਲਿਟੀ 9 ਦਾ ਡਿਵੀਜ਼ਿਬਿਲਿਟੀ ਰੂਲ ਕੀ ਆ ਵੀ ਜੇ ਜਿਹੜੀ ਸੰਖਿਆ ਦਿੱਤੀ ਆ ਉਸ ਦੇ ਜੋੜ, ਸੰਖਿਆ ਦੇ ਅੰਕਾਂ ਦਾ ਜੋੜ, ਜਿਵੇਂ 2 8 ਤੇ 8, ਇਹ ਜੋੜ ਜੇ 9 ਨਾਲ ਡਿਵਾਈਡ ਹੋ ਰਿਹਾ ਤਾਂ ਉਹ ਸੰਖਿਆ 9 ਨਾਲ ਡਿਵਾਈਡ ਹੋਊਗੀ। ਜਿਵੇਂ ਦੇਖੋ 2 ਤੇ 8 10, 10 ਤੇ 8 18, ਇਹ ਕਿੰਨਾ ਬਣ ਰਿਹਾ 9 ਤੇ 2 11, ਇਹ ਨਹੀਂ ਹੋ ਰਿਹਾ। ਇੱਥੇ 9 ਤੇ 7 8, ਇਹ ਕਿੰਨਾ ਬਣ ਰਿਹਾ 17, ਇਹ ਵੀ ਨਹੀਂ ਹੋ ਰਿਹਾ। ਇੱਥੇ 4, ਸਿਰਫ ਕਿਹੜੀ ਵੈਲਿਊ ਹੋ ਰਹੀ ਆ ਡਿਵਾਈਡ, ਆਪਸ਼ਨ ਸੀ। ਅਗਰ ਤੁਸੀਂ ਸਿੱਖਣਾ ਡਿਵੀਜ਼ਿਬਿਲਿਟੀ ਰੂਲ ਸਿੱਖਣਾ ਤਾਂ ਉੱਪਰ ਦੇਖੋ ਆਈ ਬਟਨ ਤੇ ਆ ਰਿਹਾ ਹੋਣਾ, ਕਈ ਮਹੀਨੇ ਪਹਿਲਾਂ ਮੈਂ ਕਲਾਸ ਲਈ ਸੀ। ਇੱਥੋਂ ਅਗਰ ਤੁਸੀਂ ਸਿੱਖ ਲੈਂਦੇ ਹੋ ਨਾ ਡਿਵੀਜ਼ਿਬਿਲਿਟੀ ਰੂਲ, ਮੈਂ ਕਹਿੰਦਾ ਐਗਜ਼ਾਮ ਵਿੱਚ ਘੱਟੋ ਘੱਟ 5-6 ਕੁਐਸਚਨ ਤੁਸੀਂ ਬਸ ਡਿਵੀਜ਼ਿਬਿਲਿਟੀ ਰੂਲ ਨਾਲ ਹੀ ਕਰ ਸਕਦੇ ਹੋ, ਭਾਵੇਂ ਤੁਹਾਨੂੰ ਕੋਈ ਕੰਸੈਪਟ ਨਾ ਆਉਂਦਾ ਹੋਵੇ। ਬਸ ਇਹ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਗੁਣਾ ਕਿਹਦੇ ਨਾਲ ਹੋ ਰਹੀ ਆ, ਉਹਦਾ ਡਿਵੀਜ਼ਿਬਿਲਿਟੀ ਰੂਲ ਦੇਖੋ, ਤੁਸੀਂ ਸਿੱਧਾ ਆਪਸ਼ਨ ਤੇ ਜਾਓ, ਬਸ ਖਤਮ ਕੰਮ। ਚਲੋ ਨੈਕਸਟ ਕੁਐਸਚਨ ਦੇਖੋ, ਪਿੰਡ ਵਿੱਚ ਪੜ੍ਹੇ ਲਿਖੇ, ਇਹ ਬਿਲਕੁਲ ਸੇਮ ਹੋਮਵਰਕ ਸਾਰੀਆਂ ਹੋਣੇ ਚਾਹੀਦੇ ਨੇ ਕਮੈਂਟ ਵਿੱਚ, ਜਿੰਨੇ ਮੈਨੂੰ ਵਿਊ ਹੋਣਗੇ, ਜਿੰਨੇ ਜਣੇ ਦੇਖੋਗੇ ਉਨੇ ਜਣੇ ਆਨਸਰ ਵੀ ਦਿਓ, ਠੀਕ ਆ। ਚਲੋ the sum of 5 30s divided among A, B and C such that A gets rates 70 more than B and B gets rate 80 more than C, then what are their shares। ਇਹਦੇ ਵਿੱਚ ਕੀ ਕਿਹਾ ਹੋਇਆ ਵੀ 530 ਰੁਪਏ ABC ਕੋਲ ਨੇ, ਜਦੋਂ ਵੰਡਿਆ ਜਾਂਦਾ ਤਾਂ A ਨੂੰ B ਤੋਂ 70 ਰੁਪਏ ਵੱਧ ਮਿਲਦੇ ਹਨ, B ਨੂੰ C ਤੋਂ 80 ਰੁਪਏ ਵੱਧ ਮਿਲਦੇ ਹਨ, ਫਿਰ ਉਹਨਾਂ ਦੇ ਸ਼ੇਅਰ ਕੀ ਹਨ। ABC A ਪਲੱਸ B ਪਲੱਸ C, ਇਹਨਾਂ ਕੋਲ 530 ਰੁਪਏ ਨੇ। ਅੱਛਾ, ਅੱਗੇ ਕੀ ਕਹਿੰਦਾ A B C, ਜਦੋਂ ਇਹਨਾਂ ਨੂੰ ਵੰਡਦੇ ਆਪਾਂ ਤਾਂ ਇੱਕ ਦਾ ਤਰੀਕਾ ਦੇਖੋ, ਇਹਨੂੰ ਆਪਾਂ ਆਪਸ਼ਨ ਨਾਲ ਕਰ ਸਕਦੇ ਹਾਂ, A ਨੂੰ B ਨਾਲੋਂ ਵੱਧ ਮਿਲਦੇ ਨੇ, A ਨੂੰ B ਨਾਲੋਂ ਵੱਧ ਮਿਲਦੇ ਨੇ। ਸਭ ਤੋਂ ਪਹਿਲਾਂ ਤੁਸੀਂ ਐਂ ਦੇਖੋ ਵੀ 530 ਤਿੰਨਾਂ ਦਾ ਸ਼ੇਅਰ 530 ਕਿੱਥੇ ਬਣ ਰਿਹਾ, ਇੱਥੇ ਬਣ ਰਿਹਾ, ਇੱਥੇ ਬਣ ਰਿਹਾ, ਇੱਥੇ ਵੀ, ਇੱਥੇ ਨਹੀਂ ਬਣ ਰਿਹਾ। ਇਹਨੂੰ ਖਤਮ ਕਰੋ, ਇਹ ਆਪਸ਼ਨ ਹੋ ਨਹੀਂ ਸਕਦਾ ਆਨਸਰ, ਠੀਕ ਆ। ਉਸ ਤੋਂ ਬਾਅਦ A ਨੂੰ ਦੇਖੋ B ਤੋਂ 70 ਰੁਪਏ ਕਿੱਥੇ ਮਿਲ ਰਹੇ ਨੇ ਵੱਧ, ਇੱਥੇ ਮਿਲ ਰਹੇ ਨੇ ਨਹੀਂ, ਇੱਥੇ ਕਿੰਨੇ ਮਿਲ ਰਹੇ ਨੇ 50, ਇਹ ਗਲਤ ਆ। ਇੱਥੇ ਹਾਂ ਇੱਥੇ ਮਿਲ ਰਹੇ ਨੇ, ਇੱਥੇ ਵੀ ਨਹੀਂ ਮਿਲ ਰਿਹਾ। ਆਪਸ਼ਨ ਕਿਹੜਾ ਸਹੀ ਆ, ਆਪਸ਼ਨ B। ਹੁਣ ਦੇਖੋ ਇਹਨੂੰ ਕੰਸੈਪਟ ਨਾਲ, ਤਰੀਕਾ ਦੇਖੋ ਇਹਦਾ ਚਲੋ ਹੋ ਗਿਆ ਆਪਸ਼ਨ ਵਾਲੇ ਤਰੀਕੇ ਨਾਲ। ਹੁਣ ਜੇ ਆਪਾਂ ਇਹਨੂੰ ਸੋਲਵ ਕਰਨਾ, ਜੇ 2-3 ਆਪਸ਼ਨ ਮੈਚ ਕਰਦੇ ਹੁਣ ਫਿਰ ਆਪਾਂ ਕੀ ਕਰਾਂਗੇ, ਫਿਰ ਆਪਾਂ ਉਹਨੂੰ ਸੋਲਵ ਕਰਾਂਗੇ। A B C ਰਿਲੇਸ਼ਨ ਦੇ ਰੱਖਿਆ, A ਨੂੰ B ਨਾਲੋਂ 70 ਰੁਪਏ ਵੱਧ ਮਿਲਦੇ ਹਨ, B ਨੂੰ C ਨਾਲੋਂ 80 ਰੁਪਏ ਵੱਧ ਮਿਲਦੇ ਹਨ। B ਨੂੰ C ਨਾਲੋਂ, ਜਿੱਥੇ ਗੱਲ ਖਤਮ ਹੋ ਰਹੀ ਆ ਬਸ ਤੁਸੀਂ ਗੱਲ ਉੱਥੋਂ ਸਟਾਰਟ ਕਰਨੀ ਆ, ਜਿੱਥੇ ਇਹਦੀ ਸ਼ੁਰੂਆਤ ਖਤਮ ਆ ਉੱਥੋਂ ਤੁਸੀਂ ਸਟਾਰਟਿੰਗ ਕਰਨੀ ਆ, ਇਹਦਾ ਐਂਡ ਤੁਹਾਡੀ ਸਟਾਰਟਿੰਗ। ਐਂਡ ਕਿੱਥੇ, B ਨੂੰ
ਸੀ ਨਾਲੋਂ 80 ਰੁਪਏ ਵੱਧ ਮਿਲ ਰਹੇ ਨੇ। ਸੀ ਨੂੰ ਕੁਛ ਮੰਨ ਲਓ, ਸੀ ਨੂੰ ਐਕਸ ਮੰਨ ਲਓ, ਇਹਨੂੰ ਕਿੰਨੇ ਮਿਲ ਰਹੇ ਨੇ ਐਕਸ, ਤਾਂ ਇਹਨੂੰ ਕਿੰਨੇ ਮਿਲਣਗੇ 80 ਵੱਧ। ਓਕੇ, ਉਸ ਤੋਂ ਬਾਅਦ ਇਹਨੂੰ ਜੇ ਮਿਲ ਰਹੇ ਨੇ ਐਕਸ ਪਲੱਸ 80 ਬੀ ਨੂੰ, ਤਾਂ ਇਹ ਤੋਂ ਵੱਧ ਕਿੰਨੇ ਤੀ 70। ਇੱਥੇ ਦੇਖੋ ਕਿਹਾ ਹੋਇਆ ਨਾ, ਏ ਨੂੰ ਬੀ ਨਾਲੋਂ 70 ਵੱਧ ਮਿਲਦੇ ਨੇ। ਹੁਣ ਇਹਨਾਂ ਨੂੰ ਐਡ ਕਰ ਲਓ, ਇਹ ਕਿਹਦੇ ਬਰਾਬਰ ਤੀ 530 ਦੇ। ਜਦੋਂ ਤੁਸੀਂ ਐਡ ਕਰੋਗੇ ਇਹ ਕਿੰਨਾ ਹੋ ਗਿਆ, ਕਿੰਨਾ ਹੋ ਗਿਆ ਇਹ 150 ਪਲੱਸ 80 1 2 3 3x। ਠੀਕ ਆ, ਸਮਝ ਰਹੇ ਹੋ ਇੱਥੇ ਤੱਕ? ਦੇਖੋ 1x 2 3 3x 70 80 80 160 160 ਤੇ 70। ਇਹਨੂੰ ਜਦੋਂ ਐਡ ਕਰੋਗੇ ਕਿੰਨਾ ਹੋ ਗਿਆ 150 ਤੇ 80 ਕਿੰਨਾ ਹੋ ਜਾਊਗਾ, ਇਹ ਹੋ ਜਾਊਗਾ ਇਹ 230 230 3x ਬਰਾਬਰ 530। 230 ਇੱਧਰ ਜਾ ਕੇ ਮਾਈਨਸ ਹੋ ਜਾਊਗਾ, ਮਾਈਨਸ 3x x ਬਰਾਬਰ 100। x ਕਿਹਨੂੰ ਮੰਨਿਆ ਤੇ ਆਪਾਂ, ਇੱਥੇ ਆ ਜਾਓ ਆਪਸ਼ਨ ਕੁਐਸਚਨ ਤੇ ਆ ਜਾਓ, x ਕਿਹਨੂੰ ਮੰਨਿਆ ਤੇ ਆਪਾਂ, x ਮੰਨਿਆ ਤੀ, ਦੱਸੋ ਕਿਹਨੂੰ ਮੰਨਿਆ ਤੀ ਆਪਾਂ, x c ਨੂੰ ਮੰਨਿਆ ਤੀ ਨਾ। ਹੁਣ ਇੱਥੇ a b c ਕਿਹਨੂੰ ਮੰਨਿਆ ਤੀ, c ਨੂੰ। c ਦਾ ਕਿੰਨਾ ਆ ਗਿਆ ਸ਼ੇਅਰ 100, c ਨਾਲੋਂ b ਨੂੰ 80 ਵੱਧ ਮਿਲੇ ਤੇ ਇਹਨੂੰ 80 ਵੱਧ ਮਿਲ ਜਾਣਗੇ 180। a ਨੂੰ b ਤੋਂ 70 ਵੱਧ ਦੇ ਦਿਓ 150। ਆਪਸ਼ਨ ਬੀ, ਇਹ ਤੀ ਬੇਸਿਕ ਤਰੀਕਾ ਅਗਰ ਤੁਸੀਂ ਸੋਲਵ ਕਰਨਾ ਪਵੇ। ਸਭ ਤੋਂ ਪਹਿਲਾਂ ਤੁਸੀਂ ਆਪਸ਼ਨ ਨਾਲ ਹੀ ਕਰੋਗੇ ਇਹੋ ਜਿਹੇ ਕੁਐਸਚਨ ਨੂੰ। ਮੈਂ ਉਹਨਾਂ ਨੂੰ ਅਪਰੋਚ ਵੀ ਸਿਖਾ ਰਿਹਾ ਨਾਲ ਦੀ ਨਾਲ, ਕਿਵੇਂ ਅਪਰੋਚ ਕਰਨਾ, ਇਹ ਤੁਸੀਂ ਕਿਤੇ ਬਾਅਦ 'ਚ ਨਹੀਂ ਸਿੱਖਦੇ। ਆਪਾਂ ਕੀ ਕਰਿਆ ਕਰਾਂਗੇ, ਆਪਾਂ ਐਵੇਂ ਪਹਿਲਾਂ ਇੱਕ ਟੌਪਿਕ ਨੂੰ ਕਲੀਅਰ ਕਰ ਲਿਆ ਕਰਾਂਗੇ, ਬਾਅਦ 'ਚ ਉਸ ਦੇ ਕੁਐਸਚਨ ਚੱਕਿਆ ਕਰਾਂਗੇ ਜਿਹੜੇ ਐਗਜ਼ਾਮ ਵਿੱਚ ਹਾਲ ਫਿਲਹਾਲ ਵਿੱਚ ਪੁੱਛੇ ਗਏ ਨੇ, ਜਿਵੇਂ ਪੰਜਾਬ ਪੁਲਿਸ ਦਾ ਹੋਇਆ ਤੀ, SI ਦਾ ਹੋਇਆ, ਕਾਂਸਟੇਬਲ ਦਾ ਹੋਇਆ ਤੀ, PSPCL ਦਾ ਹੋਇਆ ਤੀ। ਇਹ ਸਾਰੇ ਕੁਐਸਚਨ ਮੈਂ ਲਿਆਊਂਗਾ, ਜਿੰਨੇ ਵੀ ਉਹਦੇ ਵਿੱਚ ਰੇਸ਼ੀਓ ਦੇ ਕੁਐਸਚਨ ਆਏ ਤੀ ਸਾਰੇ ਮੈਂ ਚੱਕ ਕੇ ਲਿਆਊਂਗਾ। ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਦੇਖਾਂਗੇ ਕਿ ਆਪਾਂ ਸੋਲਵ ਕਰ ਸਕਦੇ ਹਾਂ। ਜੇ ਤਾਂ ਆਪਾਂ ਸੋਲਵ ਕਰ ਰਹੇ ਹਾਂ ਫਿਰ ਤਾਂ ਤੁਹਾਡੇ ਲਈ ਕਲਾਸ ਬਹੁਤ ਹੀ ਵਧੀਆ ਬੈਨੀਫੀਸ਼ੀਅਲ ਆ। ਜੇ ਨਹੀਂ ਸੋਲਵ ਕਰ ਰਹੇ ਫਿਰ ਭਾਈ ਤੁਸੀਂ ਹੋਰ ਕਿਤੋਂ ਦੇਖ ਸਕਦੇ ਹੋ। ਠੀਕ ਆ, ਫਿਰ ਕੋਈ ਐ ਨਹੀਂ ਵੀ ਹਾਂ ਤੁਸੀਂ ਇੱਥੇ ਹੀ ਲੱਗੇ ਰਹੋ। ਚਲੋ ਅਗਲਾ ਕੁਐਸਚਨ। ਇੱਕ ਖਿਡੌਣਾ ਵਿਕਰੇਤਾ ਕੋਲ ਸਫੇਦ, ਗੁਲਾਬੀ ਅਤੇ ਨੀਲੀਆਂ ਗੇਂਦਾਂ ਹੁੰਦੀਆਂ ਹਨ ਜੋ 3 7 11 ਦੇ ਅਨੁਪਾਤ ਵਿੱਚ ਹੁੰਦੀਆਂ ਹਨ। ਗੁਲਾਬੀ ਗੇਂਦਾਂ ਦੀ ਗਿਣਤੀ ਸਫੇਦ ਗੇਂਦਾਂ ਦੀ ਗਿਣਤੀ ਨਾਲੋਂ ਵੱਧ ਹੈ, ਜੋ ਕਿ 6 ਅਤੇ 8 ਦੋਵਾਂ ਦਾ ਘੱਟੋ ਘੱਟ ਗੁਣਕ ਹੈ। ਉਸ ਕੋਲ ਕੁੱਲ ਕਿੰਨੀਆਂ ਗੇਂਦਾਂ ਹਨ? ਚਲੋ ਵਰਡ ਪ੍ਰੋਬਲਮ। ਕੋਲ ਗੁਲਾਬੀ, ਸਫੇਦ, ਗੁਲਾਬੀ, ਮੰਨ ਲਓ ਵਾਈਟ, ਗੁਲਾਬੀ ਨੂੰ ਪਿੰਕ ਤੇ ਬਲੂ ਨੂੰ, ਨੀਲੀਆਂ ਨੂੰ ਬਲੂ। ਗੇਂਦਾਂ ਦਾ ਅਨੁਪਾਤ ਕਿੰਨਾ 3 7 11। ਅੱਛਾ ਜੀ, ਅੱਗੇ ਕੀ, ਇਹ ਤਾਂ ਸਭ ਨੂੰ ਪਤਾ ਵੀ ਇਹਨਾਂ ਨਾਲ ਐਕਸ ਹੈਗੀ ਆ, ਉਹ ਤਾਂ ਚਲੋ ਪਤਾ ਹੀ ਆ। ਜਦੋਂ ਲੋੜ ਪਊਗੀ ਸਾਨੂੰ ਗੁਣਾ ਦੀ ਲੋੜ ਪਊਗੀ ਫਿਰ ਅਜ਼ੂਮ ਕਰ ਲਾਂਗੇ, ਨਹੀਂ ਹਜੇ ਕੀ ਲੋੜ ਆ। ਠੀਕ ਆ, ਹੁਣ ਕੀ ਦਿੱਤਾ ਹੋਇਆ, ਗੁਲਾਬੀ ਗੇਂਦਾਂ ਦੀ ਗਿਣਤੀ ਸਫੇਦ ਗੇਂਦਾਂ ਦੀ, ਵਾਈਟ ਅਤੇ ਪਿੰਕ, ਇਹਨਾਂ ਦੀ ਗਿਣਤੀ ਜੋ ਆ ਨਾ, ਇੱਕ ਮਿੰਟ, ਗੁਲਾਬੀ ਗੇਂਦਾਂ ਦੀ ਗਿਣਤੀ ਸਫੇਦ ਗੇਂਦਾਂ ਦੀ ਗਿਣਤੀ ਨਾਲੋਂ ਵੱਧ ਹੈ, ਜੋ ਕਿ 6 ਅਤੇ 8 ਦੋਵਾਂ ਦਾ ਗੁਣਕ ਹੈ। ਅੱਛਾ, ਸਾਡੀ ਅਜੰਪਸ਼ਨ ਕੀ ਕਹਿੰਦੀ ਆ ਵੀ ਇਹ 4 ਵੱਧ ਆ। ਇੱਥੇ ਕੀ ਦੇ ਰੱਖਿਆ ਵੀ 6 ਅਤੇ 8 ਦੋਵਾਂ ਦਾ ਗੁਣਕ ਹੈ, ਜੋ ਵੱਧਦਾ ਨਾ 6 ਅਤੇ 8 ਦਾ ਦੋਵਾਂ ਦਾ ਗੁਣਕ ਆ। ਸਿੰਪਲ ਕੀ ਕਹਿ ਰਿਹਾ ਵੀ LCM ਆ 6 ਤੇ 8 ਦਾ। ਅੱਛਾ, LCM ਕੀ ਹੁੰਦਾ, ਅਜਿਹੀ ਵੈਲਿਊ ਜੋ ਦੋਨਾਂ ਨਾਲ ਡਿਵਾਈਡ ਹੋਵੇ, ਪੂਰੀ ਡਿਵਾਈਡ ਹੁੰਦੀ, ਸਭ ਤੋਂ ਛੋਟੀ ਵੈਲਿਊ ਕਿਹੜੀ ਹੋਊਗੀ ਜਦੋਂ ਆਪਾਂ LCM ਕੱਢਾਂਗੇ। LCM ਐਵੇਂ ਕੱਢਦੇ ਹੁੰਦੇ ਸੀ 6 ਐਵੇਂ, 2 ਪਹਿਲਾਂ ਇੱਥੇ ਆ ਗਿਆ 4, ਫਿਰ ਇੱਥੇ 3, ਐਵੇਂ ਹੁੰਦਾ ਸੀ। ਅੱਛਾ ਚਲੋ, ਇਹ ਤਾਂ ਚਲੋ ਹੁਣ ਨਿਆਣਿਆਂ ਵਾਲਾ ਤਰੀਕਾ ਹੋ ਗਿਆ, ਜਦੋਂ ਆਪਾਂ ਚੌਥੀ ਪੰਜਵੀਂ ਵਿੱਚ ਸਿੱਖਦੇ ਹੁੰਦੇ ਸੀ। ਹੁਣ ਦੇਖੋ ਕਿਵੇਂ ਕਰਨਾ ਇਹਨੂੰ, ਆਪਾਂ ਕਿਵੇਂ ਟੋਟੇ, ਜਿਹੜੇ ਇਹੋ ਜਿਹੇ ਟੋਟੇ ਲਿਖੋ ਵੀ ਜਿਨ੍ਹਾਂ ਵਿੱਚ ਕਾਮਨ ਨਾ ਹੋਵੇ ਕੁਛ ਵੀ। 3 ਤੇ 2 ਨੂੰ ਲਿਖ ਸਕਦੇ ਹਾਂ, 3 ਗੁਣਾ 2 6 ਹੋ ਗਿਆ। ਇੱਥੇ ਕੀ ਲਿਖ ਸਕਦੇ ਹਾਂ ਆਪਾਂ, ਇਹਨੂੰ ਲਿਖ ਸਕਦੇ ਹਾਂ 4 ਗੁਣਾ 2 ਵੀ ਲਿਖ ਸਕਦੇ ਹਾਂ, 4 ਗੁਣਾ 2, ਬਟ ਇੱਥੇ 2 ਤਾਂ ਆਪਾਂ ਪਹਿਲਾਂ ਦਿੱਤਾ ਹੋਇਆ, ਇੱਥੇ ਲਿਖ ਲਾਂਗੇ ਸਿਰਫ 4। ਕਿੰਨਾ ਆ ਗਿਆ 4 ਦੂਣੀ 12, 12 ਦੂਣਾ 24। LCM ਕਿੰਨਾ ਆ ਗਿਆ 24,
ਐਲਸੀਐਮ ਬਾਅਦ 'ਚ ਜੇ ਨਹੀਂ ਸਮਝ ਲੱਗਿਆ ਕੋਈ ਨਹੀਂ, ਟੈਨਸ਼ਨ ਨਹੀਂ ਲੈਣੀ, ਬਾਅਦ 'ਚ ਆਪਾਂ ਜਦੋਂ HCF ਐਲਸੀਐਮ ਕਰਾਂਗੇ ਨਾ ਉਦੋਂ ਸਮਝਾਂਗੇ ਚੰਗੀ ਤਰ੍ਹਾਂ। ਇੱਥੇ ਆ ਗਿਆ 24, ਠੀਕ ਆ। 4 ਕਿਹਦੇ ਬਰਾਬਰ ਆ? 24 ਦੇ। ਉਸ ਕੋਲ ਕੁੱਲ ਕਿੰਨੀਆਂ ਗੇਂਦਾਂ ਹਨ? ਕੁੱਲ ਦੱਸੋ ਕਿੰਨੀਆਂ ਗੇਂਦਾਂ ਨੇ? 10 ਤੇ 11 21, 21 6 ਚੌਕਾ 24, 21 ਛਿਕਾ 21 ਛਿਕਾ 126। ਆਪਸ਼ਨ ਕਿਹੜਾ ਸਹੀ ਆ? ਆਪਸ਼ਨ ਸੀ। ਬਿਲਕੁਲ ਈਜ਼ੀ ਤੀ, ਬਸ ਕੀ ਤੀ ਥੋੜ੍ਹੇ ਜਿਹੇ ਵਰਡ ਬਣਾ ਕੇ ਬੜੇ ਦਿੱਤੇ ਹੋਏ ਤੀ, ਹੋਰ ਕੁਛ ਨਹੀਂ ਤੀ ਅਜੇ। ਹੈ ਤਾਂ ਨਹੀਂ ਤੀ ਕੁਛ, ਈਜ਼ੀ ਤੀ ਨਾ। ਸਮਝ, ਜੇ ਨਹੀਂ ਸਮਝ ਲੱਗਿਆ ਰਿਪੀਟ ਕਰਕੇ ਦੇਖ ਲਿਓ, ਬਸ ਗੱਲ ਨੂੰ ਧਿਆਨ ਨਾਲ ਸੁਣਿਓ, ਆਪੇ ਸਮਝ ਲੱਗ ਜੂ। ਅਗਲਾ ਕੁਐਸਚਨ ਕੀ ਆ? 17,600 ਰੁਪਏ ਦੀ ਰਕਮ ਨੂੰ ਪ੍ਰਸ਼ਾਂਤ, ਮਨਿਕਮ ਅਤੇ ਰਜੇਸ਼ ਵਿੱਚ ਇਸ ਤਰੀਕੇ ਨਾਲ ਵੰਡਿਆ ਜਾਂਦਾ। ਪ੍ਰਸ਼ਾਂਤ ਅਤੇ ਮਨਿਕਮ 4:3 ਅਨੁਪਾਤ ਵਿੱਚ ਹਿੱਸਾ ਲੈਂਦੇ। ਮਨਿਕਮ ਅਤੇ ਰਜੇਸ਼ 5:3 ਦੇ ਅਨੁਪਾਤ ਵਿੱਚ ਰਜੇਸ਼ ਦਾ ਹਿੱਸਾ। ਠੀਕ ਆ। ਪ੍ਰਸ਼ਾਂਤ ਨੂੰ ਆਪਾਂ P ਲਿਖ ਲਈਏ, ਦਿੱਕਤ ਕੋਈ ਨਹੀਂ। ਮਨਿਕਮ ਨੂੰ M। ਮਨਿਕਮ ਐਂਡ ਰਜੇਸ਼। ਅੱਛਾ ਭਾਈ, ਮਨਿਕਮ ਪ੍ਰਸ਼ਾਂਤ ਨੂੰ ਕਿੰਨੇ ਮਿਲਦੇ ਨੇ? 4। ਅਸੀਂ ਅਜ਼ਿਊਮ ਕਰਕੇ ਚੱਲਦੇ ਵੀ ਉਹਨੂੰ 4 ਹੀ ਮਿਲਦੇ ਨੇ। ਮਨਿਕਮ ਨੂੰ ਕਿੰਨੇ ਮਿਲਦੇ ਨੇ? 3। ਚਲੋ ਜੀ, ਪਹਿਲਾਂ ਸਾਨੂੰ ਕੋਈ ਦਿੱਕਤ ਨਹੀਂ, ਦੇ ਤੇ ਉਹਨੂੰ 4 ਦੇ ਤੇ, ਇਹਨੂੰ 3 ਦੇ ਤੇ। ਹੁਣ ਬਾਅਦ 'ਚ ਫੇਰ ਮਨਿਕਮ ਆ ਗਿਆ, ਇਹ ਕਹਿੰਦਾ ਮੈਨੂੰ 5 ਤੇ 3। ਇਹ ਕੀ ਗੱਲ ਆ? ਕਦੇ 3 ਕਦੇ 5। ਹਾਂ ਭਾਈ ਮਨਿਕਮ, ਕੀ ਗੱਲ ਆ ਇਹ? ਚਲੋ ਬਰਾਬਰ ਕਰੋ ਇਹਨੂੰ। ਬਰਾਬਰ ਕਰਕੇ ਕਿੰਨਾ ਆ ਗਿਆ? 5 ਚੌਕਾ 20, 15 ਤੇ 9। ਪ੍ਰਸ਼ਾਂਤ, ਮਨਿਕਮ ਐਂਡ ਰਜੇਸ਼। ਪ੍ਰਸ਼ਾਂਤ, ਮਨਿਕਮ ਐਂਡ ਰਜੇਸ਼। ਰਜੇਸ਼ ਦਾ ਹਿੱਸਾ ਪੁੱਛਿਆ ਗਿਆ। ਰਜੇਸ਼ ਦਾ ਹਿੱਸਾ, ਰਜੇਸ਼ ਦਾ ਤੁਹਾਨੂੰ ਪਤਾ ਲੱਗ ਗਿਆ, ਇੱਥੇ 9 ਨਾਲ ਗੁਣਾ ਹੋ ਰਹੀ ਆ। ਹੁਣ 9 ਨਾਲ ਗੁਣਾ ਦੇਖੋ ਕਿੱਥੇ ਹੋਊਗਾ? ਜਿਨ੍ਹਾਂ ਦਾ ਸਮ ਡਿਵਾਈਡ ਹੋ ਰਿਹਾ 9 ਨਾਲ, ਉਹੀ ਹੋਊਗਾ ਆਨਸਰ। ਆਨਸਰ ਕਿਹੜਾ ਇਹ? ਆਨਸਰ 3600। ਬਾਕੀ ਹੁਣ ਸੋਲਵ ਕਰਾਂਗੇ ਜਦੋਂ ਆਪਾਂ। ਇਹ ਕਿੰਨਾ ਹੋ ਗਿਆ? 20 ਤੇ 15 35, 35 ਤੇ 9 ਕਿੰਨਾ ਹੋ ਗਿਆ? 44। 44 ਮਨਿਕਮ ਦਾ ਹਿੱਸਾ ਕਿਹਦੇ ਵਿੱਚ? ਰਜੇਸ਼ ਦਾ, ਸੌਰੀ ਰਜੇਸ਼। 44, 44 ਚੌਕਾ 176, 3600 ਆਨਸਰ। ਠੀਕ ਹੈ ਜੀ, ਬਿਲਕੁਲ ਈਜੀ ਤੀ, ਬਸ ਲੈਂਗੁਏਜ ਬਹੁਤ ਬੜੀ ਕਰਕੇ ਦੇ ਦਿੰਦੇ ਨੇ, ਹੋਰ ਤਾਂ ਕੁਛ ਨਹੀਂ ਹੁੰਦਾ। ਚਲੋ ਅਗਲਾ ਕੁਐਸਚਨ। ਰਜੇਸ਼, ਮਨਿਕਮ, ਇਹ ਬਿਲਕੁਲ ਸੇਮ ਹੈ ਉਹੀ, ਬਸ ਇਕੁਏਸ਼ਨ ਬਸ ਅਲੱਗ ਜੀ ਆ, ਥੋੜ੍ਹੀ ਜਿਹੀ ਹੋਰ ਕੀ ਆ, ਵੈਲਿਊ ਅੱਡ ਦਿੱਤੀ ਹੋਈ ਆ। ਇਹਨੂੰ ਦੇਖੋ, ਇਹ ਤਾਂ ਹੋਰ ਵੀ ਈਜੀ ਆ, ਤੁਹਾਨੂੰ ਪਤਾ ਹੀ ਲੱਗ ਜੂਗਾ ਕਿਵੇਂ ਈਜੀ ਆ ਇਹ। ਕਿਸੇ ਵਿਅਕਤੀ ਦੇ ਕਿਰਾਏ, ਸਕੂਲ ਫੀਸ ਅਤੇ ਘਰੇਲੂ ਵਸਤੂਆਂ ਉੱਤੇ ਮਾਸਿਕ ਖਰਚ 3, 4, 5। ਦੇਖੋ ਕੀ ਕਹਿ ਰਿਹਾ ਇਹ? ਕਿਸੇ ਵਿਅਕਤੀ ਦੇ ਸਕੂਲ ਫੀਸ ਦੇ, ਸਕੂਲ ਫੀਸ, ਫੀਸ ਨੂੰ ਆਪਾਂ F, ਘਰੇਲੂ ਵਸਤੂਆਂ ਅਤੇ ਮਾਸਿਕ ਖਰਚ, ਸਕੂਲ ਕਿਰਾਇਆ, ਰੈਂਟ ਵੀ ਆ, ਰੈਂਟ, ਫੀਸ ਐਂਡ ਆਪਾਂ ਕੀ ਮੰਨ, ਪ੍ਰੋਡਕਟ ਮੰਨ ਲਓ, ਚਾਹੇ ਗੁਡਸ ਮੰਨ ਲਓ, ਜੀ ਤੇ ਗੁਡਸ। ਚਲੋ ਕਿੰਨਾ? 3:4:6 ਵਿੱਚ ਹੁੰਦਾ। ਜੇ ਉਸ ਦੁਆਰਾ ਹਰੇਕ ਮਹੀਨੇ ਲਈ ਭੁਗਤਾਨ ਕੀਤੀ ਗਈ ਫੀਸ 5600 ਹੈ ਤਾਂ ਅਸੀਂ ਕੀ ਮੰਨਿਆ ਵੀ ਉਹਦਾ ਰੈਂਟ ਜਿਹੜਾ ਕਿਰਾਇਆ 3 ਦਾ ਮਤਲਬ ਕੁਛ ਵੀ ਹੋ ਸਕਦਾ, ਅਸੀਂ ਮੰਨ ਕੇ ਚੱਲਦੇ ਵੀ 3 ਹੁੰਦੇ ਨੇ। ਫੀਸ ਕਿੰਨੀ ਦਿੰਦਾ? 4। ਤੇ ਗੁਡਸ ਤੇ ਘਰੇਲੂ ਸਮਾਨ ਤੇ ਉਹ 6 ਖਰਚ ਕਰਦਾ। ਠੀਕ ਆ। ਬਟ ਅੱਗੇ ਕੀ ਕਹਿੰਦਾ ਇਹ? ਚਲਾਕੀ ਕਰਦਾ, ਕਹਿੰਦਾ 5600। ਉਸ ਦੀ ਭੁਗਤਾਨ ਕੀਤੀ ਗਈ ਫੀਸ ਕਿੰਨੀ ਆ? 5600। ਅਸੀਂ ਕਿੰਨੀ ਮੰਨੀ ਤੀ? ਕਿੰਨੀ ਮੰਨੀ ਤੀ? 4। 4 ਕਿਹਦੇ ਬਰਾਬਰ ਆ? 5600 ਦੇ। ਇੱਕ ਕਿਹਦੇ ਬਰਾਬਰ ਆ ਗਿਆ? 1400 ਦੇ। 1400 ਤਾਂ ਉਸ ਦੀ ਸਾਲਾਨਾ ਆਮਦਨ ਕਿੰਨੀ ਹੋਵੇਗੀ? ਉਹ ਕੁਛ ਵੀ ਨਹੀਂ ਬਣਾਉਂਦਾ, ਇੱਥੇ ਕਿਹਾ ਗਿਆ ਵੀ ਉਹ ਕੁਛ ਵੀ ਨਹੀਂ ਬਚਾਉਂਦਾ। ਠੀਕ ਆ, ਕੁਛ ਵੀ ਸੇਵ ਨਹੀਂ ਕਰਦਾ, ਬਹੁਤ ਵਧੀਆ ਗੱਲ ਆ। ਚਲੋ ਇੱਥੇ ਹੁਣ ਅੱਗੇ ਸਾਲਾਨਾ ਆਮਦਨ, ਇੱਥੇ ਇਹ ਵੀ ਗੱਲ ਧਿਆਨ ਰੱਖਣੀ ਵੀ ਸਾਲਾਨਾ ਆਮਦਨ ਪੁੱਛੀ ਗਈ ਆ। ਠੀਕ ਆ, ਧਿਆਨ ਰੱਖਿਓ ਗੱਲ ਨੂੰ। 1400, 13 ਇੱਕ ਬਰਾਬਰ 1400 ਦੇ, ਤੇ ਉਹਦੀ ਆਮਦਨ ਕਿੰਨੀ ਹੋਊਗੀ? ਮੰਨ ਲਓ ਹੁਣ ਦੇਖੋ, ਜਦੋਂ ਉਹ ਕਮਾਈ ਕਰੂਗਾ, ਸੈਲਰੀ ਵਿੱਚੋਂ ਹੀ ਖਰਚ ਕਰ ਰਿਹਾ, ਰੈਂਟ ਦੇ ਰਿਹਾ, ਫੀਸ ਦੇ ਰਿਹਾ, ਸਮਾਨ ਲੈ ਕੇ, ਇਹ ਸਾਰਾ ਕੁਛ ਕੀ ਆ? ਸੈਲਰੀ ਵਿੱਚੋਂ ਹੀ ਖਰਚ ਕਰ ਰਿਹਾ। 10 ਤੇ 3 13, ਉਹਦੀ ਟੋਟਲ ਸੈਲਰੀ ਕਿੰਨੀ ਆ? 13। 1400 ਗੁਣਾ 13 ਕਿੰਨੀ ਆ ਗਈ? ਕਿੰਨੀ ਆ ਗਈ ਇਹ? 14 42, 14 2 8 1 ਕਿੰਨੀ ਆ ਗਈ? 82
ਜ਼ੀਰੋ ਜ਼ੀਰੋ ਕਿਉਂ ਨਹੀਂ ਲਾਏ? ਇਹ ਬਸ ਜ਼ੀਰੋ ਦਾ ਕੰਮ ਲੱਗਣਾ ਹੀ ਹੁੰਦਾ, ਇਹਨੂੰ ਬਾਅਦ 'ਚ ਲਾ ਦਿਆ ਕਰੋ, ਠੀਕ ਆ। ਜਦੋਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਸਮਝ ਜਾਓਗੇ ਵੀ ਜ਼ੀਰੋ ਦਾ ਕੰਮ ਕੀ ਆ, ਕਿਵੇਂ ਕੀ ਗੁਣਾ ਕਿਵੇਂ ਕਰਨੀ ਹੁੰਦੀ ਆ। ਇਹ ਟੈਨਸ਼ਨ ਨਹੀਂ ਲੈਣੀ। ਕਿੰਨਾ ਆ ਗਿਆ? 18,200। ਬਟ ਆਪਸ਼ਨ ਵਿੱਚ ਹੈ ਨਹੀਂ ਕਿਤੇ। ਕਿਉਂ ਨਹੀਂ ਹੈਗਾ? ਕਿਉਂ ਕਿਹਾ ਸੀ ਮੈਂ? ਸਾਲਾਨਾ ਆਮਦਨ। ਇਹ ਮੰਥਲੀ ਆਈ ਆ ਉਹਦੀ, 1 ਮਹੀਨੇ ਦੀ ਆਮਦਨ ਆਈ ਆ ਕਿਸੇ ਵਿਅਕਤੀ ਦੀ ਘਰੇਲੂ ਵਸਤੂਆਂ ਉੱਤੇ ਮਾਸਿਕ ਖਰਚ 3-4 ਦੇ ਅਨੁਪਾਤ ਵਿੱਚ ਜੇ ਉਸ ਦੁਆਰਾ ਹਰੇਕ ਮਹੀਨੇ ਲਈ ਭੁਗਤਾਨ ਦੇਖੋ, ਹਰੇਕ ਮਹੀਨੇ ਲਈ। ਇਹ ਮਹੀਨੇ ਦੀ ਆਈ ਆ। ਹੁਣ ਸਾਲ ਲਈ ਜੇ ਇੱਕ ਮਹੀਨੇ ਦੀ ਇੰਨੀ ਆ ਤਾਂ 12 ਨਾਲ ਗੁਣਾ ਕਰ ਦਿਓ, ਕਿੰਨਾ ਹੋ ਜਾਊਗਾ? 182 ਗੁਣਾ 12, 4, 8 ਦੂਣੀ 16 ਅਤੇ 3 ਇੱਥੇ 182481200 21,84,100 ਆਪਸ਼ਨ ਬੀ। ਓਕੇ, ਈਜੀ ਬਿਲਕੁਲ। ਬਸ ਤੁਸੀਂ ਖੇਡਣਾ ਸਿੱਖ ਜਾਓ, ਸ਼ਬਦਾਂ ਨਾਲ ਖੇਡਣਾ ਸਿੱਖ ਕੇ ਨਾ ਮੈਥ ਤਾਂ ਬਿਲਕੁਲ ਈਜੀ ਆ, ਬਿਲਕੁਲ ਹੀ। ਚਲੋ ਅਗਲਾ, ਇਹ ਬਿਲਕੁਲ ਸੇਮ, ਇਹ ਆਪ ਤੁਸੀਂ ਸੋਲਵ ਕਰੋ। ਚਲੋ ਜੀ, ਹੁਣ ਦੱਸੋ ਕਲਾਸ ਕਿਵੇਂ ਲੱਗੀ? ਇਹ ਤੁਹਾਡੇ ਲਾਈਕ ਨਾਲ ਪਤਾ ਲੱਗੂਗਾ ਵੀ ਕਲਾਸ ਕਿਵੇਂ ਲੱਗੀ। ਹੋਪ ਆ ਜੇ ਇੱਥੇ ਤੱਕ ਆਏ ਹੋ ਤਾਂ ਕਲਾਸ ਤਾਂ ਚੰਗੀ ਲੱਗੀ ਹੋਊਗੀ। ਜੇ ਇੱਥੇ ਤੱਕ ਆ ਗਏ ਤਾਂ ਹੁਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜਿਹੜੇ ਨਵੇਂ ਹੋ, ਅਤੇ ਬਾਕੀ ਜਿਹੜੇ ਪੁਰਾਣੇ ਉਹ ਨਾ ਸਬਸਕ੍ਰਾਈਬ ਕਰਨ ਲੱਗ ਜਾਓ, ਕਿਤੇ ਅਨਸਬਸਕ੍ਰਾਈਬ ਕਰਕੇ ਹੀ ਵਗ ਜਾਓ ਦੇਖ ਕੇ ਮਾੜਾ ਜਿਹਾ, ਠੀਕ ਆ। ਅਤੇ ਹੁਣ ਲਾਈਕ ਕਰ ਦਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਅਤੇ ਜੇ ਇਹਦੀ PDF ਲੈਣੀ ਆ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਟੈਲੀਗ੍ਰਾਮ ਦਾ, ਜਾਂ ਪਹਿਲਾ ਕਮੈਂਟ ਦੇਖੋਗੇ ਜੋ ਪਿੰਨ ਕੀਤਾ ਹੋਇਆ ਉਹ ਵੀ ਟੈਲੀਗ੍ਰਾਮ ਦਾ ਲਿੰਕ ਆ। ਤੁਸੀਂ ਉਹਨੂੰ ਜੁਆਇਨ ਕਰ ਲਓ। ਉਹਦੇ ਵਿੱਚ PDF ਅਤੇ ਹੋਰ ਵੀ ਸਟੱਡੀ ਮਟੀਰੀਅਲ ਜੋ ਵੀ ਤੁਹਾਨੂੰ ਚਾਹੀਦੇ ਨੇ ਸਭ ਕੁਝ ਮਿਲਦਾ ਰਹੂਗਾ। ਅਤੇ ਥੈਂਕ ਯੂ। ਜੈ ਹਿੰਦ।